पर आ जिहड़ी चिट्ठी का जिक्र हुण होया है कि तहसीलदार ते नायब तहसीलदारां ने जिहड़ी मान साहब नूं चिट्ठी लिखी है, की मायने है इसदे? ਇਹ ਮਰਿਆ ਹੋਇਆ ਸੱਪ ਸਾਡੇ ਗਲ ਪਾਇਆ ਹੋਇਆ ਇਹੋ ਟੈਕਨੋਲੋਜੀ ਉਹਨਾਂ ਨੇ ਆਪਣੀ ਚਿੱਠੀ ਵਿੱਚ ਯੂਜ਼ ਕੀਤੀ। कई बार की हुंदा कि मेरा गुजारा उपरली कमाई तो हुंदा, सरकार जे ईमानदार आ जाती है तो उपरली कमाई बंद होंदी है तो मेरा गुजारा तनख्वाह ते होना शुरू हो जाता है, क्योंकि उन्होंने खर्चे जिहड़े उपरली कमाई वाले होंदे वो खर्चे वड्डे होंदे ने, तनख्वाहां तो उन्होंने कोई मायने नहीं रखदियां, तनख्वाह कदी कढ़ाई नहीं हुंदी, तो उन्होंने लगता है कि हुण तनख्वाह ते गुजारा किवें करांगे। कई मान साहब तक कहते जीरो टोलरेंस होनी चाहिए, पर नैक्सस तो बनया होया है सिस्टम के अंदर, एक बहुत बड़ा नैक्सस है जिहड़ा कि बदलियां भी करांदा, वो भी एक नैक्सस है, जिंदियां सैटिंगां भी होंदियां, बिल्डर दे नाल सैटिंगां, तहसीलदार दे नाल सैटिंगां, वो नैक्सस है कि हाँ मेरे तो पहला जिहड़ा MLA सी जांदा सी तां उहदी इज्जत मान ही बड़ा हुंदा सी, ਉਹਨੂੰ ਤਾਂ ਦੇਖ ਕੇ ਤਹਿਸੀਲਦਾਰ ਖੜਾ ਹੋ ਜਾਂਦਾ ਸੀ, ਉਹਨੂੰ ਦੇਖ ਕੇ ਨਾਇਬ ਤਹਿਸੀਲਦਾਰ ਉਹ ਤਾਂ ਜੋ ਮਰਜ਼ੀ ਕੰਮ ਕਰਾ ਲੈਂਦਾ ਸੀ, ਪਰ ਮੇਰੇ ਤਾਂ ਹੱਥ ਰੁਕੇ ਹੋਏ ਨੇ, ਮੈਂ ਉਹੋ ਜਿਹੇ ਕੰਮ ਕਿਉਂ ਨਹੀਂ ਕਰਾ ਸਕਦਾ ਜੋ ਪਿਛਲੇ ਬੰਦੇ ਨੇ ਕਰਾਏ ਨੇ, ਯਾਨੀ ਕਿ ਜਿਹਨੂੰ ਆਪਾਂ ਨਜਾਇਜ਼ ਕੰਮ ਕਹਿ ਦਿੰਦੇ ਹਾਂ। ਜਿਹੜੇ ਤਾਂ ਹੈਗੇ ਆ ਨੈਕਸਸ ਵਾਲੀ ਗੱਲ, ਉਹ ਤਾਂ ਵੱਡੇ ਕਲੋਨਾਈਜ਼ਰਸ ਨੇ ਨਾ ਜਿਹੜੇ, ਉਹਨਾਂ ਦੇ ਨਾਲ ਨੈਕਸਸ ਹੈ। ਸਰਕਾਰੀ ਰੇਟ 8000 ਹੁੰਦਾ, ਅਗਰ 8000 ਦਾ ਸਟਾਂਪ ਲਗਾਉਂਦਾ, ਤੁਹਾਡੇ ਕੋਲੇ ਕਿਹੜਾ ਡਾਕੂਮੈਂਟ ਆ ਜਿਸ ਦੇ ਬੇਸ ਦੇ ਉੱਤੇ ਤੁਸੀਂ ਉਸ ਨੂੰ ਚੈਲੰਜ ਕਰ ਸਕਦੇ? ਜਿਹਨੇ ਉਹਨਾਂ ਦੀ ਉਸ ਪਲਾਟ ਦੀ ਰਜਿਸਟਰੀ ਕਰਾਈ, ਉਹਨਾਂ ਨੇ ਫਿਰ ਉਦੋਂ ਆਬਜੈਕਸ਼ਨ ਕਿਉਂ ਨਾ ਲਿਆ ਕਿ ਇੱਥੇ ਤਾਂ ਜੀ 23000 ਦਾ ਰੇਟ ਆ, ਮੈਂ 15000 ਦੀ ਰਜਿਸਟਰੀ ਨਹੀਂ ਕਰਦਾ। ਅਗਰ ਉਹਦੇ ਨੇੜੇ ਤੇੜੇ ਥੋੜਾ ਸਰਕਾਰੀ ਰੇਟ ਹੁੰਦਾ ਤਾਂ ਫਿਰ ਜਿਹੜੀ ਇਸ ਤਰ੍ਹਾਂ ਦੀ ਉੱਪਰਲੀ ਕਮਾਈ ਹੈਗੀ ਆ ਜਾਂ ਕੋਈ ਹੋਰ ਚੀਜ਼ ਆ, ਕੋਈ ਦੇਏਗਾ ਨਹੀਂ। ਤਹਿਸੀਲਦਾਰ ਦੇ ਕੋਲੇ ਕੋਈ ਪਾਰਟੀ ਸਰਕਾਰੀ ਰੇਟ ਦੇ ਉੱਤੇ ਰਜਿਸਟਰੀ ਕਰਾਉਣ ਜਾਂਦੀ ਆ, ਉਹ ਉਸ ਨੂੰ ਰੋਕ ਨਹੀਂ ਸਕਦਾ। मतलब ਤੁਸੀਂ ਇਹ ਕਹਿਣਾ ਚਾਹੁੰਦੇ ਹੋ कि ਜਿਹੜੇ ਕਲੈਕਟਰ ਰੇਟ ਨੇ ਉਹਨਾਂ ਨੂੰ ਰਿਵਾਈਜ਼ ਕਰ ਦਿੱਤਾ ਜਾਏ? ਹਾਲਾਂਕਿ ਬੜੇ ਵੱਡੇ ਬਿਲਡਰ ਵੀ ਜਦੋਂ ਇਹ ਕਰਦੇ ਨੇ, ਫਲੈਟ ਵੀ ਵੇਚਦੇ ਨੇ, ਉਹ ਨਾਲ ਕਹਿੰਦੇ ਨੇ ਜੀ ਇੰਨੇ ਦਾ ਫਲੈਟ ਹੈ, ਇੰਨੇ ਤੇ ਤੁਹਾਡੀ GST ਵੀ ਲੱਗਦੀ ਹੈ। ਅੱਛਾ, ਉਹ GST ਤੇ ਫਿਰ ਹੋਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਕਿਉਂ ਨਹੀਂ ਉਹ ਰਿਵਾਈਜ਼ ਕੀਤਾ ਜਾਂਦਾ? ਕਿ ਇਹ ਡਰ ਤਾਂ ਨਹੀਂ ਕਿ ਉਸ ਨਾਲ ਰੀਅਲ ਸਟੇਟ ਮਾਰਕੀਟ ਹੀ ਕਿਤੇ ਡੰਪ ਨਾ ਕਰ ਜੇ, ਕਿਉਂਕਿ ਲੋਕ ਫਿਰ ਰਜਿਸਟਰੀਆਂ ਲੋਕ ਪਰਚੇਸ ਕਰਨਾ ਘੱਟ ਕਰ ਦੇਣਗੇ। ਉਹ ਨੀਤੀ ਜਿਹੜੀ ਮਿਨਿਸਟਰ ਇੰਚਾਰਜ ਰੈਵਨਿਊ ਨੇ ਬਣਾਣੀ ਆ, ਉਹ ਤਾਂ ਪਟਵਾਰੀ ਨੇ ਨਹੀਂ ਬਣਾਣੀ, ਨਾ ਤਹਿਸੀਲਦਾਰ ਨੇ ਬਣਾਣੀ, ਨਾ ਨਾਇਬ ਤਹਿਸੀਲਦਾਰ ਨੇ ਬਣਾਣੀ। ਬਲੈਕ ਮਨੀ ਦਾ ਜਿਹੜਾ ਘੁਮਾਓ ਆ, ਰੋਟੇਸ਼ਨ ਆ ਜਿਹੜੀ, ਉਹ ਕੋਈ ਕਿਸੇ ਇੱਕ ਫੀਲਡ ਦੇ ਵਿੱਚ ਨਹੀਂ ਰਹਿੰਦੀ, ਕਿਉਂਕਿ ਬਲੈਕ ਮਨੀ ਸਿਸਟਮ ਨੇ ਹੀ ਜਨਰੇਟ ਕੀਤੀ ਆ। ਜਿੰਨੇ ਪੈਸੇ RBI ਨੇ 2000 ਦੇ ਛਾਪੇ ਸੀ, ਉਸ ਤੋਂ ਵੱਧ ਵਾਪਸ ਆ ਗਏ। ਤੇ ਉਧਰ ਗੱਲ ਜੇ ਪੰਜਾਬੀ ਯੂਨੀਵਰਸਿਟੀ ਵਾਲੇ ਪਾਸੇ ਕਰੀਏ ਤਾਂ ਪ੍ਰੋਫੈਸਰ ਸਾਹਿਬ ਉੱਥੇ ਵੀ ਡਿਸਟੈਂਸ ਐਜੂਕੇਸ਼ਨ ਬਿਊਰੋ ਨੇ ਮਨਜ਼ੂਰੀ ਵਾਪਸ ਲੈ ਲਈ। ਕਰੋੜਾਂ ਦਾ ਨੁਕਸਾਨ ਤਾਂ ਹੋਇਆ ਹੀ ਹੋਇਆ, ਨਾਲ 15000 ਲਗਭਗ ਵਿਦਿਆਰਥੀ, ਉਹਨਾਂ ਦਾ ਜਿਹੜਾ ਫਿਊਚਰ ਹੈ ਉਸ ਤੇ ਵੀ ਸਵਾਲੀਆ ਨਿਸ਼ਾਨ ਖੜਾ ਹੋ ਗਿਆ। ਮਸਲਾ ਜਿਹੜਾ ਹੈਗਾ ਨਾ, ਇਕੱਲਾ ਆਪਾਂ ਇਹ ਨਾ ਸਮਝੀ, ਉਹਨਾਂ ਨੇ ਜਿਹੜੀ UGC ਨੇ ਜਾਂ ਜਿਹੜਾ ਡਿਸਟੈਂਸ ਐਜੂਕੇਸ਼ਨ ਬੋਰਡ ਨੇ ਆਪਣੀ ਵਾਪਸ ਨਹੀਂ ਲਈ। ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਦੀਆਂ ਵੀ ਕਨਸੂਆਂ ਆ ਰਹੀਆਂ ਨੇ ਕਿ ਕਿਸੇ ਹੋਰ ਯੂਨੀਵਰਸਿਟੀ ਦੀ ਐਡਮਿਸ਼ਨ ਨੂੰ ਪੂਰਾ ਕਰਨ ਦੇ ਲਈ ਤਾਂ ਉਹਦੇ ਵਿੱਚ ਸ਼ਾਇਦ ਉਹਨੇ ਬੱਚੇ ਦਾਖਲ ਨਾ ਹੋ ਸਕਣ, ਕਿਉਂਕਿ ਦੂਜੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਦਾਖਲੇ ਲੈ ਚੁੱਕੇ ਹੋਣਗੇ। ਇਹੋ ਇੱਕ ਸਾਜ਼ਿਸ਼ ਆ। ਪਰ ਉਹਨਾਂ ਨੇ ਕਿਹਾ ਵੀ HOD ਪ੍ਰੋਫੈਸਰ ਸਤਨਾਮ ਸਿੰਘ ਸੰਧੂ ਤੇ ਕਲੈਰੀਕਲ ਸਟਾਫ ਦੇ ਤੇ ਕੁਝ ਹੋਰ ਅਧਿਕਾਰੀ ਸਗੋਂ ਕਹਿੰਦੇ ਮੁਅੱਤਲ ਵੀ ਕਰ ਦਿੱਤੇ ਨੇ ਇਸ ਨੂੰ ਲੈ ਕੇ। ਪਰ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਬੜੇ ਕਹਿੰਦੇ ਨੈਗਲੀਜੀਬਲ ਅਮਾਉਂਟ ਸੀਗੀ, ਨਾਲੇ ਉਹਨਾਂ ਨੂੰ ਸਿਰਫ HOD ਦੇ ਅਹੁਦੇ ਤੋਂ ਸਸਪੈਂਡ ਕੀਤਾ, ਨਾ ਕਿ ਸਰਵਿਸਿਜ਼ ਤੋਂ ਸਸਪੈਂਡ ਕੀਤਾ। ਇਹ ਜਿਹੜੀ ਚੀਜ਼ ਹੈਗੀ ਹੈ ਨਾ, ਘੋੜੂਆ ਜਿਹਾ ਪਾ ਕੇ ਮੀਡੀਆ ਦੇ ਵਿੱਚ ਵੇਗ ਜੀ ਗੱਲ ਕਹਿ ਦਿੰਦੇ ਆ, ਐਕਚੁਅਲੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੈ। ਉਹ HOD ਦੇ ਤੌਰ ਦੇ ਉੱਤੇ ਕੰਮ ਨਹੀਂ ਕਰਨਗੇ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੁੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਪਿਉਂਤਾਵੇ। ਜੀ ਹਾਂ, ਨਜ਼ਰ ਰਹੇਗੀ ਅੱਜ ਦੋ ਖਬਰਾਂ ਤੇ। ਇੱਕ ਪਹਿਲੀ ਸਭ ਤੋਂ ਕਿ ਪੰਜਾਬੀ ਯੂਨੀਵਰਸਿਟੀ ਨੂੰ ਲੈ ਕੇ ਕਿ ਕਰੋੜਾਂ ਦਾ ਨੁਕਸਾਨ ਤਾਂ ਹੋਇਆ ਹੀ ਹੋਇਆ, ਹਾਲੇ ਜਿਹੜੇ ਕਿ ਡਿਸਟੈਂਸ ਐਜੂਕੇਸ਼ਨ ਜਿਹੜੇ ਵਿਦਿਆਰਥੀ ਸੀ ਉਹਨਾਂ ਦਾ ਭਵਿੱਖ ਵੀ ਹਾਲੇ ਖਤਰੇ 'ਚ ਹੈ। ਕਿਉਂ? ਕਿਉਂਕਿ ਡਿਸਟੈਂਸ ਐਜੂਕੇਸ਼ਨ ਬਿਊਰੋ ਨੇ ਮਨਜ਼ੂਰੀ ਵਾਪਸ ਲੈ ਲਈ ਹੈ। ਇਸ ਤੇ ਚਰਚਾ ਕਰਾਂਗੇ ਤੇ ਨਾਲ ਚਰਚਾ ਹੋਏਗੀ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਦੀ ਉਹ ਚਿੱਠੀ ਦੀ, ਜਿਨ੍ਹਾਂ ਨੇ ਮਾਨ ਸਾਹਿਬ ਨੂੰ ਚਿੱਠੀ ਲਿਖੀ ਹੈ ਤੇ ਇਹ ਕਿਹਾ ਕਿ ਤੁਹਾਡੇ ਜਿਹੜੇ ਰਾਜਨੀਤਿਕ ਆਗੂ ਨੇ ਉਹ ਬਲੈਕਮੇਲਿੰਗ ਤੇ ਸਾਡੇ ਤੇ ਪ੍ਰੈਸ਼ਰ ਪਾ ਰਹੇ ਨੇ। ਬਹੁਤ ਵੱਡਾ ਮੁੱਦਾ ਹੈ, ਇਸ ਤੇ ਚਰਚਾ ਕਰਾਂਗੇ। ਆਓ ਸ਼ੁਰੂਆਤ ਕਰ ਲੈਂਦੇ ਹਾਂ ਅੱਜ ਦੇ ਨਜ਼ਰੀਏ ਦੀ, ਤੇ ਮੇਰੇ ਨਾਲ ਇਸੇ ਤੇ ਚਰਚਾ ਕਰਨ ਲਈ ਮੌਜੂਦ ਰਹਿਣਗੇ ਪ੍ਰੋਫੈਸਰ ਜਗਮੋਹਨ ਸਿੰਘ ਜੀ। ਆਓ ਉਹਨਾਂ ਦਾ ਸਵਾਗਤ ਕਰੀਏ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ। ਧੰਨਵਾਦ ਸਰ। ਪ੍ਰੋਫੈਸਰ ਸਾਹਿਬ, ਮੁੱਦਾ ਯੂਨੀਵਰਸਿਟੀ ਦਾ ਆਪਾਂ ਪਹਿਲਾਂ ਲੈਣਾ ਸੀ, ਪਰ ਜਦੋਂ ਆ ਚਿੱਠੀ ਦਾ ਜ਼ਿਕਰ ਆਇਆ, ਕਿਉਂਕਿ ਗੱਲ ਭ੍ਰਿਸ਼ਟਾਚਾਰ ਦੀ ਹੁੰਦੀ ਹੈ,
ਸਰਕਾਰ ਬਣੀ ਭ੍ਰਸ਼ਟਾਚਾਰ ਦੇ ਮੁੱਦੇ ਤੇ ਵੀ ਅਸੀਂ ਬਿਲਕੁਲ ਭ੍ਰਸ਼ਟਾਚਾਰ ਬਰਦਾਸ਼ਤ ਨਹੀਂ, ਭ੍ਰਸ਼ਟਾਚਾਰ ਹਟਾ ਦਾਂਗੇ। ਸਭ ਤੋਂ ਵੱਡਾ ਮੁੱਦਾ ਹੀ ਇਹ ਸੀਗਾ ਕਿ ਅਸੀਂ ਪਹਿਲਾਂ ਵਾਂਗੂ ਇਹ ਕੰਮ ਜੋ ਪਿਛਲੀਆਂ ਸਰਕਾਰਾਂ ਨੇ ਕਰਦੀਆਂ ਰਹੀਆਂ ਨੇ ਉਹੋ ਜਿਹਾ ਕੰਮ ਨਹੀਂ ਕਰਨਾ, ਸਾਫ਼ ਸੁਥਰਾ ਹੀ ਰਹਿਣਾ ਤੇ VIP ਕਲਚਰ, ਇਹ ਸਭ ਚੀਜ਼ਾਂ ਉਹਨਾਂ ਨੇ ਜਿਸ ਤਰੀਕੇ ਨਾਲ ਜ਼ਿਕਰ ਕਰਦਾ, ਲੋਕਾਂ ਨੇ ਹੁੰਗਾਰਾ ਭਰਿਆ। ਲੋਕਾਂ ਨੇ ਮਾਨ ਸਾਹਿਬ ਨੂੰ 92 ਵਿਧਾਇਕ ਚਿਤਾ ਵੀ ਦਿੱਤੇ ਕਿ ਤੁਹਾਨੂੰ ਇਹ ਵੀ ਨਾ ਲੱਗੇ ਕਿ ਗਿਲਾ ਨਾ ਰਵੇ ਪੰਜਾਬੀਆਂ ਤੋਂ ਕਿ ਸਾਡੇ ਕੋਲ ਤੁਸੀਂ ਬੜਾ ਮਸਾਂ ਵੀ ਕਿਸੇ ਨਾਲ ਜੋੜ ਤੋੜ ਕਰਕੇ ਸਰਕਾਰ ਬਣਾਈ ਹੈ, ਇਹੋ ਜਿਹਾ ਵੀ ਕੁਛ ਨਹੀਂ। ਪਰ ਇਹ ਜਿਹੜੀ ਚਿੱਠੀ ਦਾ ਜ਼ਿਕਰ ਹੁਣ ਹੋਇਆ ਹੈ ਕਿ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਨੇ ਜਿਹੜੀ ਮਾਨ ਸਾਹਿਬ ਨੂੰ ਚਿੱਠੀ ਲਿਖੀ ਹੈ, ਕੀ ਮਾਇਨੇ ਹੈ ਇਸ ਦੇ? ਦੇਖੋ ਸੁਰਿੰਦਰ ਸਿੰਘ ਜੀ, ਗੱਲ ਇਹ ਹੈਗੀ ਆ ਕਿ ਜਿਹੜੀ ਉਹਨਾਂ ਦੀ ਗਰੰਟੀ ਸੀ ਇੱਕ 0% ਟੋਲਰੈਂਸ ਕਰਪਸ਼ਨ ਦੇ ਸੰਬੰਧ ਵਿੱਚ, ਉਹ ਤਾਂ ਹੀ ਸੰਭਵ ਹੁੰਦੀ ਹੈ ਜੇ 92 ਦੇ 92 ਵਿਧਾਇਕ ਤੇ ਹੋਰ ਜਿਹੜਾ ਉਹਨਾਂ ਦਾ ਅਮਲਾ ਪਹਿਲਾ ਹੈ ਆਰਗੇਨਾਈਜੇਸ਼ਨ ਦਾ, ਅਗਰ ਉਹ ਸਾਰੇ ਅਬੱਬ ਬੋਰਡ ਹੋਣਗੇ ਤੇ ਰਾਜਨੀਤਿਕ ਛਵੀ ਉਹਨਾਂ ਦੀ ਠੀਕ ਹੋਏਗੀ ਤੇ ਉਹ ਸਹੀ ਤੇ ਕਾਨੂੰਨਨ ਕੰਮ ਕਰਨਗੇ। ਲੇਕਿਨ ਪ੍ਰੈਕਟੀਕਲੀ ਕੀ ਹੁੰਦਾ ਕਿ ਜਦੋਂ ਇਲੈਕਟੋਰੇਟ ਬਹੁਤ ਸਾਰੇ ਲੋਕ ਉਹਨਾਂ ਕੋਲ ਜਾਂਦੇ ਆ ਆਪਣੇ ਕੰਮ ਕਰਵਾਉਣ ਦੇ ਲਈ, ਤਾਂ ਫਿਰ ਉਹ ਫੋਨ ਘੁਮਾਉਂਦੇ ਆ ਇੱਧਰ ਉੱਧਰ ਦੂਸਰੇ ਪਾਸੇ, ਤਾਂ ਫਿਰ ਜਿਹੜੀ ਖਾਸ ਤੌਰ ਦੇ ਉੱਤੇ ਰੈਵਨਿਊ ਨਾਲ ਸੰਬੰਧਿਤ ਚੀਜ਼ਾਂ ਨੇ, ਰਜਿਸਟਰੀਆਂ ਕਰਾਉਣੀਆਂ ਜਾਂ ਆਪਣੇ ਵਸੀਅਤਾਂ ਕਰਾਉਣੀਆਂ ਜਾਂ ਕੋਈ ਲੀਜ਼ ਡੀਡ ਕਰਾਉਣੀ, ਤਾਂ ਇਸ ਸੰਬੰਧ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੀ ਜਿਹੜੀ ਸਿਫਾਰਸ਼ਾਂ ਜਿਹੜੀਆਂ ਨੇ, ਦਖਲਅੰਦਾਜ਼ੀਆਂ ਜਿਹੜੀਆਂ ਨੇ ਉਹ ਹੁੰਦੀਆਂ ਨੇ। ਉਹਨਾਂ ਵਿੱਚ ਹੋ ਸਕਦਾ ਕੁਝ ਜੈਨੂਅਨ ਕੰਮ ਵੀ ਹੁੰਦੇ ਹੋਣ, ਪਰ ਬਹੁਤ ਸਾਰੇ ਉਹਦੇ ਵਿੱਚ ਕੁਝ ਅਜਿਹੇ ਕੰਮ ਵੀ ਹੁੰਦੇ ਆ ਜਿਹੜੇ ਸ਼ਾਇਦ ਨਿਯਮਿਤ ਢੰਗ ਦੇ ਨਾਲ ਰੈਵਨਿਊ ਆਫੀਸਰ ਸਮਝਦੇ ਆ ਕਿ ਨਹੀਂ ਹੋ ਸਕਦੇ, ਤੇ ਉਹਨਾਂ ਨੂੰ ਕੁਝ ਦਬਾਅ ਦੇ ਨਾਲ ਇਹ ਸਾਰੇ ਕੰਮ ਕਰਨੇ ਪੈਂਦੇ। ਜਦੋਂ 48 ਬੰਦਿਆਂ ਦੀ ਲਿਸਟ ਜਿਹੜੀ ਹੈਗੀ ਆ ਵਿਜੀਲੈਂਸ ਡਿਪਾਰਟਮੈਂਟ ਕੋਲ ਚਲੀ ਗਈ ਆ ਮਾਲ ਵਿਭਾਗ ਦੀ, ਤਾਂ ਉਹਨਾਂ ਨੇ ਆਪਣਾ ਦੁੱਖ ਦਰਦ ਵੀ ਜਿਹੜਾ ਪ੍ਰਗਟ ਕੀਤਾ ਕਿ ਤੁਸੀਂ ਸਾਨੂੰ ਤਾਂ ਕਰਪਟ ਕਹੀ ਜਾਂਦੇ ਹੋ। ਖਾਸ ਤੌਰ ਦੇ ਵਿੱਚ ਉਹਦਾ ਇਸ਼ੂ ਸੀ NOC ਦਾ, ਕਿ NOC ਤੋਂ ਬਗੈਰ ਰਜਿਸਟਰੀਆਂ ਹੋ ਰਹੀਆਂ। ਤਾਂ ਉਹ ਇਹ ਗੱਲ ਕਹਿੰਦੇ ਆ ਰੈਵਨਿਊ ਆਫੀਸਰ, ਮਾਲ ਵਿਭਾਗ ਦੇ ਅਧਿਕਾਰੀ, ਕਿ NOC ਵਾਲਾ ਜਿਹੜਾ ਇਸ਼ੂ ਹੈਗਾ, ਇਹ ਬਿਮਾਰੀ ਤਾਂ ਹੈਗੀ ਆ ਗਮਾਡਾ ਦੀ ਤੇ ਮਿਊਨਿਸਪਲ ਕੌਂਸਲ ਦੀ ਤੇ ਮਿਊਨਿਸਪਲ ਕਾਰਪੋਰੇਸ਼ਨ ਦੀ, ਇਹ ਉਹਨਾਂ ਨੇ ਦੇਣਾ ਤੇ ਇਹ ਮਰਿਆ ਹੋਇਆ ਸੱਪ ਸਾਡੇ ਗਲ ਪਾਇਆ ਹੋਇਆ। ਇਹੋ ਟੈਕਨੋਲੋਜੀ ਉਹਨਾਂ ਨੇ ਆਪਣੀ ਚਿੱਠੀ ਵਿੱਚ ਯੂਜ਼ ਕੀਤੀ ਹੈ। ਤੋਂ ਅਸੀਂ ਤਾਂ ਇਹਦੇ ਲਈ ਅਕਾਊਂਟੇਬਲ ਹੀ ਨਹੀਂ, ਅਸੀਂ ਤਾਂ ਇਹਦੇ ਲਈ ਜ਼ਿੰਮੇਵਾਰ ਹੀ ਨਹੀਂ ਆ। ਤੋਂ NOC ਉਹ ਆਪਣਾ ਦੇਣ ਤੇ ਕੰਮ ਅੱਗੇ ਚੱਲੇ। ਉਹ ਇਸ ਕਰਕੇ ਉਹਨਾਂ ਨੇ ਆਪਣਾ ਇੱਕ ਜਿਹੜਾ ਮਲਾਲ ਤੇ ਸ਼ਿਕਵਾ ਜ਼ਾਹਰ ਕੀਤਾ। ਇੱਕ ਤਰੀਕੇ ਨਾਲ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੀ ਉਹਨਾਂ ਦੀ ਭ੍ਰਿਸ਼ਟਾਚਾਰ ਵਿਰੋਧੀ ਨੀਤੀ ਹੈ, ਉਸ ਦੇ ਉੱਤੇ ਕਾਊਂਟਰ ਪ੍ਰੈਸ਼ਰ ਜਿਹੜਾ ਹੈਗਾ ਮਾਲ ਵਿਭਾਗ ਨੇ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੂੰ ਇਹ ਵੀ ਪਤਾ ਕਿ ਜੇ ਸਟ੍ਰਾਈਕਸ ਵਗੈਰਾ ਬਹੁਤ ਜ਼ਿਆਦਾ ਹੋਣ ਲੱਗ ਗਈਆਂ ਤਾਂ ਸਾਡਾ ਜਿਹੜਾ ਹੈ ਸਟੇਟ ਦਾ ਖਜ਼ਾਨਾ ਜਿਹੜਾ ਹੈ ਉਸ ਦੇ ਉੱਤੇ ਵੱਡੀ ਸੱਟ ਲੱਗੇਗੀ। ਇਸ ਕਰਕੇ ਲੰਬੇ ਸਮੇਂ ਤੱਕ ਮਾਲ ਵਿਭਾਗ ਦੀਆਂ ਜਿਹੜੀਆਂ ਇਹ ਮਲਾਲ ਸ਼ਿਕਵੇ ਸ਼ਿਕਾਇਤਾਂ ਨੇ ਜਾਂ ਸਟ੍ਰਾਈਕ ਆ ਉਹਨਾਂ ਦੀ, ਇਸ ਨੂੰ ਪੰਜਾਬ ਸਰਕਾਰ ਅਫੋਰਡ ਨਹੀਂ ਕਰ ਸਕਦੀ। ਤੋਂ ਅਲਟੀਮੇਟਲੀ ਜਿਸ ਤਰ੍ਹਾਂ ਬਹੁਤ ਸਾਰੇ IAS ਆਫੀਸਰ ਇਹਨਾਂ ਨੇ ਇਗਨੋਰ ਕਰਤੇ, ਉਸੇ ਤਰੀਕੇ ਦੇ ਨਾਲ ਫਿਰ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹੌਲੀ ਹੌਲੀ ਕਰਕੇ ਪਟਵਾਰੀਆਂ ਨੂੰ ਵੀ ਇਗਨੋਰ ਕਰਨਾ ਪਏਗਾ। ਇਹ ਉਹ ਸਥਿਤੀ ਵਾਪਸ ਆ ਜਾਏਗੀ ਜਿਹਦੇ ਬਾਰੇ ਇਹ ਪਹਿਲੀਆਂ ਸਰਕਾਰਾਂ ਦੀ ਆਲੋਚਨਾ ਕਰਦੇ ਆ ਕਿ ਪਹਿਲੀਆਂ ਸਰਕਾਰਾਂ ਦੇ ਵਿੱਚ ਭ੍ਰਿਸ਼ਟਾਚਾਰ ਚੱਲਿਆ। ਠੀਕ ਹੈ ਜੀ, ਉਸੇ ਤਰ੍ਹਾਂ ਦੀ ਸਥਿਤੀ ਦੇ ਵਿੱਚ ਇਹ ਪਹੁੰਚ ਜਾਣਗੇ, ਭਾਵੇਂ ਆਪਣੀਆਂ ਨੀਤੀਆਂ ਦੇ ਵਿੱਚ ਜਾਂ ਆਪਣੀਆਂ ਸਟ੍ਰੈਟਜੀ ਦੇ ਵਿੱਚ 0% ਟੋਲਰੈਂਸ ਟੁਵਰਡਸ ਕਰਪਸ਼ਨ ਦੀ ਗੱਲ ਹੋ ਰਹੀ ਆ, ਪਰ ਵਿਵਹਾਰਕ ਪੱਧਰ ਦੇ ਉੱਤੇ ਸਥਿਤੀਆਂ ਹੁਣ ਹੌਲੀ ਹੌਲੀ ਪਰਿਵਰਤਿਤ ਹੁੰਦੀਆਂ ਜਾ ਰਹੀਆਂ ਨੇ। ਜਦੋਂ ਦਾ ਨੀਲਮਾ ਦਾ ਕੇਸ ਕਟਾਈ ਦੇ ਵਿੱਚ ਪਿਆ। ਸੁਰਿੰਦਰ ਜੀ, ਪ੍ਰੋਫੈਸਰ ਸਾਹਿਬ, ਇੱਥੋਂ ਦੋ ਚੀਜ਼ਾਂ ਸਮਝਣ ਵਾਲੀਆਂ ਜੋ ਕਿ ਮੈਂ ਤੁਹਾਡੇ ਤੋਂ ਚਾਹਾਂਗਾ ਤੁਸੀਂ, ਕਿ ਕਈ ਵਾਰੀ ਕੀ ਹੁੰਦਾ ਕਿ ਮੇਰਾ ਗੁਜ਼ਾਰਾ ਉੱਪਰਲੀ ਕਮਾਈ ਤੋਂ ਹੁੰਦਾ, ਸਰਕਾਰ ਜੇ ਇਮਾਨਦਾਰ ਆ ਜਾਂਦੀ ਹੈ ਤਾਂ ਉੱਪਰਲੀ ਕਮਾਈ ਬੰਦ ਹੁੰਦੀ ਹੈ ਤਾਂ ਮੇਰਾ ਗੁਜ਼ਾਰਾ ਤਨਖਾਹ ਤੇ ਹੋਣਾ ਸ਼ੁਰੂ ਹੋ ਜਾਂਦਾ। ਇੱਕ ਤਾਂ ਉਹ ਤਬਕਾ ਹੁੰਦਾ ਹੈ, ਉਹ ਬਹੁਤ ਦਰਦ ਕਰਦਾ ਕਿਉਂਕਿ ਉਹਨਾਂ ਦੇ ਖਰਚੇ ਜਿਹੜੀ ਉੱਪਰਲੀ ਕਮਾਈ ਵਾਲੇ ਹੁੰਦੇ ਉਹ ਖਰਚੇ ਵੱਡੇ ਹੁੰਦੇ ਨੇ, ਤਨਖਾਹਾਂ ਤਾਂ ਉਹਨਾਂ ਨੂੰ ਕੋਈ ਮਾਇਨੇ ਨਹੀਂ ਰੱਖਦੀਆਂ, ਤਨਖਾਹ ਕਦੀ ਕਢਾਈ ਨਹੀਂ ਹੁੰਦੀ, ਤਾਂ ਉਹਨਾਂ ਨੂੰ ਲੱਗਦਾ ਕਿ ਹੁਣ ਤਨਖਾਹ ਤੇ ਗੁਜ਼ਾਰਾ ਕਿਵੇਂ ਕਰਾਂਗੇ। ਦੂਜਾ ਕੀ ਹੁੰਦਾ ਹੈ ਕਿ ਵਾਕਈ ਜਿਵੇਂ ਪਿਛਲੀ ਵਾਰ ਕਾਂਗਰਸ ਸਰਕਾਰ ਆਈ ਸੀ, ਕਹਿੰਦੇ ਜੀ VIP ਕਲਚਰ ਨਹੀਂ ਹੋਣਾ, ਕੋਈ ਅਸੀਂ ਲਾਲ ਬੱਤੀ ਨਹੀਂ ਕਰਨੀ, ਹਾਂ ਬਸ 6 ਮਹੀਨੇ ਮਸਾਂ ਰੋ ਪਿੱਟ ਕੇ ਗੁਜ਼ਾਰਾ ਜਾ ਕੀਤਾ। ਸਾਰੇ ਮਿਨਿਸਟਰ ਕਹਿੰਦੇ ਮਸਾਂ ਦਾ ਸੱਤਾ ਆਈ ਹੈ, ਸਾਡਾ ਲਾਲ ਬੱਤੀ ਬਿਨਾਂ ਨਹੀਂ ਸਰਨਾ, ਸਾਡਾ ਤਾਂ ਜਦ ਤੱਕ ਸਾਡੇ ਨਾਲ ਦੋ ਇੱਧਰ ਸਿਕਿਉਰਿਟੀ ਗਾਰਡ ਤੇ ਇੱਧਰ ਨਾ ਖੜੇ ਹੋਣ ਪੁਲਿਸ ਵਾਲੇ, ਤਾਂ ਸਾਡਾ ਤਾਂ ਉਹਦੇ ਨਾਲ ਨਹੀਂ ਸਰਨਾ, ਸਾਨੂੰ MLA ਕੌਣ ਸਮਝੂਗਾ। ਤਾਂ ਉਹ ਦੁਬਾਰਾ ਫਿਰ ਉਹ ਕਲਚਰ ਸ਼ੁਰੂ ਹੋ ਜਾਂਦਾ। ਇੱਥੇ ਵੀ ਕਿਤੇ ਇਹ ਤਾਂ ਨਹੀਂ ਕਿ ਵਾਕਈ ਮਾਨ ਸਾਹਿਬ ਤਾਂ ਕਹਿੰਦੇ 0 ਟੋਲਰੈਂਸ ਹੋਣੀ ਚਾਹੀਦੀ ਹੈ, ਪਰ ਨੈਕਸਸ ਤਾਂ ਬਣਿਆ ਹੋਇਆ ਸਿਸਟਮ ਦੇ ਅੰਦਰ। ਇੱਕ ਬਹੁਤ ਵੱਡਾ ਨੈਕਸਸ ਹੈ ਜਿਹੜਾ ਕਿ ਬਦਲੀਆਂ ਵੀ ਕਰਾਂਦਾ, ਉਹ ਵੀ ਇੱਕ ਨੈਕਸਸ ਹੈ, ਜਿੰਦੀਆਂ ਸੈਟਿੰਗਾਂ ਵੀ ਹੁੰਦੀਆਂ, ਬਿਲਡਰ ਦੇ ਨਾਲ ਸੈਟਿੰਗਾਂ, ਤਹਿਸੀਲਦਾਰ ਦੇ ਨਾਲ ਸੈਟਿੰਗਾਂ, ਉਹ ਨੈਕਸਸ ਹੈ ਜਿਹੜਾ ਕਿ ਸਰਕਾਰਾਂ ਬਦਲ ਜਾਣ ਪਰ ਉਹ ਨੈਕਸਸ ਇੰਨਾ ਕੁ ਉਹਨੇ ਹੋਲਡ ਕੀਤਾ ਹੋਇਆ, ਗੈਰ ਕਾਨੂੰਨੀ ਕੰਮ ਕਰਾਂਦਾ ਰਹਿੰਦਾ। ਇੱਕ ਉਹ ਨੈਕਸਸ ਹੈ।
ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੀਆਂ ਚੀਜ਼ਾਂ ਐ ਤਾਂ ਨਹੀਂ ਕਿ ਵਾਕਈ ਉਹ ਰਾਜਨੀਤਿਕ ਜਿਹੜੇ ਲੋਕ ਨੇ ਸਿਰਫ ਇਸ ਲਈ ਕਿਉਂਕਿ ਉਹਨਾਂ ਨੇ ਹਾਲੇ ਤੱਕ ਇਹੋ ਜਿਹੇ ਬੰਦੇ ਦੇਖੇ ਨੇ ਕਿ ਹਾਂ ਮੇਰੇ ਤੋਂ ਪਹਿਲਾਂ ਜਿਹੜਾ ਐਮਐਲਏ ਸੀ ਜਾਂਦਾ ਸੀ ਤਾਂ ਉਹਦੀ ਇੱਜ਼ਤ ਮਾਨ ਹੀ ਬੜਾ ਹੁੰਦਾ ਸੀ, ਉਹਨੂੰ ਤਾਂ ਦੇਖ ਕੇ ਤਹਿਸੀਲਦਾਰ ਖੜਾ ਹੋ ਜਾਂਦਾ ਸੀ, ਉਹਨੂੰ ਦੇਖ ਕੇ ਨਾਇਬ ਤਹਿਸੀਲਦਾਰ ਉਹ ਤਾਂ ਜੋ ਮਰਜ਼ੀ ਕੰਮ ਕਰਾ ਲੈਂਦਾ ਸੀ, ਪਰ ਮੇਰੇ ਤਾਂ ਹੱਥ ਰੁਕੇ ਹੋਏ ਨੇ, ਮੈਂ ਉਹੋ ਜਿਹੇ ਕੰਮ ਕਿਉਂ ਨਹੀਂ ਕਰਾ ਸਕਦਾ ਜੋ ਪਿਛਲੇ ਬੰਦੇ ਨੇ ਕਰਾਏ ਨੇ, ਯਾਨੀ ਕਿ ਜਿਹਨੂੰ ਆਪਾਂ ਨਜਾਇਜ਼ ਕੰਮ ਕਹਿ ਦਿੰਦੇ ਆ। ਕਿਤੇ ਗੈਪ ਤਾਂ ਨਹੀਂ ਜੀ? ਦੇਖੋ ਸੁਰਿੰਦਰ ਸਿੰਘ ਜੀ, ਜਿਹੜੇ ਤਾਂ ਹੈਗੇ ਆ ਨੈਕਸਸ ਵਾਲੀ ਗੱਲ, ਉਹ ਤਾਂ ਵੱਡੇ ਕਲੋਨਾਈਜ਼ਰਸ ਨੇ ਨਾ ਜਿਹੜੇ, ਉਹਨਾਂ ਦੇ ਨਾਲ ਨੈਕਸਸ ਨੇ। ਜਿਹੜੇ ਛੋਟੇ ਮੋਟੇ 2-4 ਪਲਾਟਾਂ ਦੇ ਉੱਤੇ ਪਰਸੈਂਟੇਜ ਕਮਿਸ਼ਨ ਵਗੈਰਾ ਤੇ ਕਰਦੇ ਆ, ਉਹਨਾਂ ਨਾਲ ਤਾਂ ਕੋਈ ਬਹੁਤੀ ਨੈਕਸਸ ਦੀ ਕਹਾਣੀ ਨਹੀਂ ਹੁੰਦੀ। ਹੁਣ ਰਜਿਸਟਰੀਆਂ ਜਿਹੜੀਆਂ ਰੁਕੀਆਂ ਹੋਈਆਂ ਐਨਓਸੀ ਦੇ ਕਾਰਨ ਰੁਕੀਆਂ ਹੋਈਆਂ। ਅਗਰ ਸਰਕਾਰ ਐਨਓਸੀ ਦੇ ਕਾਰਨ ਰਜਿਸਟਰੀਆਂ ਬੰਦ ਕਰਦੀ ਹੈ ਤਾਂ ਸਰਕਾਰ ਦਾ ਆਪਣਾ ਰੈਵਨਿਊ ਲਾਸ ਬਹੁਤ ਹੋਏਗਾ, ਨਾਲ ਵੀ ਪੂਰਾ ਨਹੀਂ ਹੋ ਸਕਦਾ। तो इस करके सरकार ਨੂੰ ਵੀ ਇਹ ਦੇਖਣਾ ਪਏਗਾ ਕਿ ਜੇਕਰ ਉਹਨਾਂ ਨੇ ਰੈਵਨਿਊ ਇਕੱਠਾ ਕਰਨਾ ਹੈਗਾ ਤਾਂ ਫਿਰ ਉਹਨਾਂ ਨੂੰ ਐਨਓਸੀ ਵਗੈਰਾ ਦੀ ਇੱਕ ਵਿਵਸਥਾ ਜਿਹੜੀ ਆ ਪ੍ਰੋਪਰ ਢੰਗ ਦੇ ਨਾਲ ਲੈ ਕੇ ਆਉਣੀ ਚਾਹੀਦੀ ਹੈ। ਉਸੇ ਗੱਲ ਜਿਹੜੀ ਸਭ ਤੋਂ ਵੱਡਾ ਜਿਹਦੇ ਕਾਰਨ ਮਨਪ੍ਰੀਤ ਸਿੰਘ ਬਾਦਲ ਦਾ ਵੀ ਜਿਹੜਾ ਇਸ਼ੂ ਆਇਆ ਹੋਇਆ ਸਾਹਮਣੇ, ਕਿ ਸਰਕਾਰੀ ਰੇਟ ਕੁਝ ਹੋਰ ਤੈਅ ਕੀਤੇ ਹੋਏ ਹੁੰਦੇ ਆ, ਐਕਚੁਅਲ ਟ੍ਰਾਂਜੈਕਸ਼ਨ ਕਿਸੇ ਹੋਰ ਰੇਟ ਦੀ ਹੋਈ ਹੁੰਦੀ ਆ ਸੇਲ ਰੇਟ ਦੇ ਵਿੱਚ। ਇਹ ਫਰਕ ਜਿਹੜਾ ਹੈਗਾ ਇਹ ਤਾਂ ਅੱਜ ਤੱਕ ਕਦੇ ਮਿਟਿਆ ਨਹੀਂ ਹੈ। ਤੁਹਾਡੇ ਕੋਲੇ ਕੀ ਡਾਕੂਮੈਂਟ ਹੈਗਾ? ਅਗਲਾ ਜਿਹੜਾ ਰਜਿਸਟਰੀ 15,000 ਦੀ ਤੈਅ ਹੋਈ ਹੁੰਦੀ ਆ, ਸਰਕਾਰੀ ਰੇਟ 8,000 ਹੁੰਦਾ, ਅਗਲਾ 8,000 ਦਾ ਸਟਾਂਪ ਲਗਾਉਂਦਾ। ਤੁਹਾਡੇ ਕੋਲੇ ਕਿਹੜਾ ਡਾਕੂਮੈਂਟ ਆ ਜਿਸ ਦੇ ਬੇਸ ਦੇ ਉੱਤੇ ਤੁਸੀਂ ਉਸ ਨੂੰ ਚੈਲੰਜ ਕਰਦੇ ਹੋ? ਹੁਣ ਮੈਂ ਇਹ ਗੱਲ ਕਹਿਣਾ, ਆਪਾਂ ਮਨਪ੍ਰੀਤ ਸਿੰਘ ਬਾਦਲ ਦਾ ਹੀ ਕੇਸ ਲੈ ਲਈਏ। ਜਿਹੜਾ ਉਸ ਸਮੇਂ ਦਾ ਰੈਵਨਿਊ ਆਫੀਸਰ ਸੀ ਜਿਹਨੇ ਉਹਨਾਂ ਦੀ ਉਸ ਪਲਾਟ ਦੀ ਰਜਿਸਟਰੀ ਕਰਾਈ, ਉਹਨਾਂ ਨੇ ਫਿਰ ਉਦੋਂ ਆਬਜੈਕਸ਼ਨ ਕਿਉਂ ਨਾ ਲਿਆ ਵੀ ਇੱਥੇ ਤਾਂ ਜੀ 23,000 ਦਾ ਰੇਟ ਆ, ਮੈਂ 15,000 ਦੀ ਰਜਿਸਟਰੀ ਨਹੀਂ ਕਰਦਾ। ਤਾਂ ਕੱਲਾ ਮਨਪ੍ਰੀਤ ਸਿੰਘ ਬਾਦਲ ਥੋੜੀ ਆ ਜਿਹੜਾ ਕਿ ਕਰਪਸ਼ਨ ਦੇ ਵਿੱਚ ਵਿਜੀਲੈਂਸ ਲਾਏਗੀ। ਉਹਦੇ ਵਿੱਚ ਜਿੰਨੇ ਅਧਿਕਾਰੀ ਨੇ ਨੀਚੇ ਤੋਂ ਲੈ ਕੇ ਉੱਪਰ ਤੱਕ ਉਹ ਸਾਰੇ ਬੰਦੇ ਸ਼ਾਮਲ ਨੇ। ਫਿਰ ਉਦੋਂ ਆਬਜੈਕਸ਼ਨ ਲੈਂਦਾ ਉਹ, ਉਦੋਂ ਕਿਉਂ ਨਹੀਂ ਉਸਨੇ ਆਬਜੈਕਸ਼ਨ ਲਿਆ? ਜੇ ਉਸਨੇ ਆਬਜੈਕਸ਼ਨ ਨਹੀਂ ਲਿਆ ਤਾਂ ਇਹਦਾ ਮਤਲਬ ਐਵਰੀਥਿੰਗ ਵਾਸ ਲੈਜੀਟੀਮੇਟ ਐਟ ਦੀ ਰੈਲੇਵੈਂਟ ਟਾਈਮ। ਸੋ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਕੀ ਹੁੰਦਾ ਕਿ ਸਰਕਾਰੀ ਰੇਟਾਂ ਦੀ ਜਿਹੜੀ ਡਿਟਰਮੀਨੇਸ਼ਨ ਆ ਔਰ ਜਿਹੜਾ ਐਕਚੁਅਲ ਮਾਰਕੀਟ ਰੇਟ ਹੁੰਦਾ ਉਹਦੇ ਵਿੱਚ ਗੈਪ ਆ। ਉਸ ਗੈਪ ਦੀ ਭਰਪਾਈ ਜਿਹੜੀ ਹੈਗੀ ਆ ਉਹ ਰੈਵਨਿਊ ਮਹਿਕਮਾ ਜਾਂ ਸਰਕਾਰ ਜਿਹੜੀ ਆ ਉਹ ਨਹੀਂ ਕਰਦੀ। ਅਗਰ ਜਿਹੜੀ ਐਕਚੁਅਲ ਰੇਟ ਆ ਹੈਗਾ ਟ੍ਰਾਂਜੈਕਸ਼ਨ ਦਾ ਜਾਂ ਸੇਲ ਦਾ, ਅਗਰ ਉਹਦੇ ਨੇੜੇ ਤੇੜੇ ਥੋੜਾ ਸਰਕਾਰੀ ਰੇਟ ਹੁੰਦਾ ਤਾਂ ਫਿਰ ਜਿਹੜੀ ਇਸ ਤਰ੍ਹਾਂ ਦੀ ਉੱਪਰਲੀ ਕਮਾਈ ਹੈਗੀ ਆ ਜਾਂ ਕੋਈ ਹੋਰ ਚੀਜ਼ ਆ ਕੋਈ ਦੇਏਗਾ ਨਹੀਂ। ਮੰਨ ਲਓ 15,000 ਰੁਪਏ ਗਜ ਮੈਨੇ ਥਾਂ ਖਰੀਦੀ, 15,000 ਰੁਪਏ ਗਜ ਦਾ ਹੀ ਮੈਨੂੰ ਸਰਕਾਰੀ ਰੇਟ ਆ, ਮੈਂ ਕਿਹੜੇ ਤਹਿਸੀਲਦਾਰ ਨੂੰ 1 ਰੁਪਇਆ ਦੇ ਦੂੰਗਾ ਜੀ? ਮੈਂ ਦਿੰਦਾ ਹੀ ਨਹੀਂ, ਨਾ ਉਹ ਲਵੇ ਨਾ ਮੈਂ ਦੇਵਾਂ। ਸੋ ਗੱਲ ਇਹ ਹੈ ਕਿ ਇਸ ਗੈਪ ਦੀ, ਇਸ ਗੈਪ ਨੂੰ ਜਿਹੜੇ ਉੱਪਰਲੇ ਅਧਿਕਾਰੀ ਬੈਠੇ ਆ, ਰੈਵਨਿਊ ਮਿਨਿਸਟਰ ਬੈਠੇ ਆ, ਪੂਰਾ ਕਰਦੇ ਨੇ। ਉਹਨਾਂ ਨੂੰ ਕਿਸੇ ਨੇ ਵੀ ਨਹੀਂ ਰੋਕਿਆ ਵੀ ਮਾਰਕੀਟ ਰੇਟ ਨੂੰ ਦੁਬਾਰਾ ਸਟੱਡੀ ਕਰੋ ਤੇ ਉਸ ਤੋਂ ਬਾਅਦ ਮਾਰਕੀਟ ਰੇਟ ਜੋ ਹੈ ਉਸ ਏਰੀਏ ਦਾ, ਉਸ ਦੀ ਡਿਟਰਮੀਨੇਸ਼ਨ ਜਿਹੜੀ ਆ ਦੁਬਾਰਾ ਕਰ ਲਓ। ਉਹ ਤਾਂ ਕਿਸੇ ਨੇ ਨਹੀਂ ਰੋਕਿਆ। ਹੁਣ ਇਹ ਦੋਸ਼ ਜਿਹੜਾ ਹੈਗਾ ਆਪਾਂ ਦਿੰਦੇ ਆ ਤਹਿਸੀਲਦਾਰਾਂ ਨੂੰ। ਤਹਿਸੀਲਦਾਰ ਦੇ ਕੋਲੇ ਕੋਈ ਪਾਰਟੀ ਸਰਕਾਰੀ ਰੇਟ ਦੇ ਉੱਤੇ ਰਜਿਸਟਰੀ ਕਰਾਉਣ ਜਾਂਦੀ ਆ, ਉਹ ਉਸ ਨੂੰ ਰੋਕ ਨਹੀਂ ਸਕਦਾ ਕਿਉਂਕਿ ਵੱਧ ਰੇਟ ਦਾ ਜਿਹੜਾ ਆਪਸ ਵਿੱਚ ਐਗਰੀਮੈਂਟ ਹੋਇਆ ਉਹਦਾ ਡਾਕੂਮੈਂਟ ਕੋਈ ਨਹੀਂ ਹੈ। ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਕਲੈਕਟਰ ਰੇਟ ਨੇ ਉਹਨਾਂ ਨੂੰ ਰਿਵਾਈਜ਼ ਕਰ ਦਿੱਤਾ ਜਾਏ, ਕਿ ਉਹਦੀ ਦੁਬਾਰਾ ਵੈਲਿਊਏਸ਼ਨ ਕੱਢੀ ਜਾਵੇ ਵੀ ਕਲੈਕਟਰ ਰੇਟ ਹੈ ਕਿ, ਤੇ ਵਾਕਈ ਬਹੁਤ ਫਰਕ ਹੁੰਦਾ। ਤੇ ਹੁੰਦਾ ਕੀ ਹੈ ਕਿਉਂਕਿ ਅਮੂਮਨ ਹੈ ਜਗਮੋਹਨ ਜੀ, ਘੱਟ ਤੋਂ ਘੱਟ 8 ਤੋਂ 10% ਖਰਚਾ ਆਉਂਦਾ ਰਜਿਸਟਰੀ ਦਾ। ਜੇ ਮੇਰਾ ਮੰਨ ਲਓ 2 ਕਰੋੜ ਦੀ ਜਿਹੜੀ ਪ੍ਰੋਪਰਟੀ ਹੈ, ਯਾਨੀ ਕਿ ਜੇ ਉਦਾਹਰਨ ਦੀ ਗੱਲ ਕਰੀਏ, ਜੇ 20,000 ਰੁਪਏ ਗੱਜ ਰੇਟ ਮਾਰਕੀਟ ਦਾ ਰੇਟ ਹੈ, ਕਲੈਕਟਰ ਰੇਟ ਉਹਦਾ 8,000 ਤੋਂ 8500 ਹੋਏਗਾ। ਤੁਸੀਂ ਉਹਨੇ ਦੇਖੋ ਵੀ ਮੈਂ 12,000 ਰੁਪਏ ਜਿੰਦੀ ਆਪਾਂ ਕਹਿ ਦਿੰਦੇ ਵੀ ਕੱਚੇ 'ਚ ਕਰਨੀ ਹੈ, 2 ਨੰਬਰ ਦਾ ਪੈਸਾ ਉਹ ਉੱਥੇ ਉਹ ਘੁੰਮਦਾ। ਕਾਗਜ਼ਾਂ ਦੇ ਵਿੱਚ ਆਪਾਂ ਹੁਣ ਬਿਲਕੁਲ ਤੁਹਾਡੀ ਗੱਲ ਵਾਜਬ ਹੈ, ਤਹਿਸੀਲਦਾਰ ਕਿਵੇਂ ਸਵਾਲ ਖੜਾ ਕਰ ਦੂਗਾ ਕਿਉਂਕਿ ਉਹ ਕਹੂਗਾ ਕਲੈਕਟਰ ਰੇਟ ਹੈ, ਮੈਂ ਉਸ ਤੋਂ ਘੱਟ ਤੱਕ ਕਰਾ ਹੀ ਨਹੀਂ ਰਿਹਾ ਨਾ। ਆਹ ਤੁਹਾਡਾ ਮਿਨੀਮਮ ਜਿਹੜਾ ਰੇਟ ਹੈ ਉਹ ਮਿਨੀਮਮ ਤੇ ਹੀ ਆ ਕੇ ਖੜੇ ਹੋ ਜਾਂਦੇ ਨੇ। ਤਾਂ ਹਾਲਾਂਕਿ ਬੜੇ ਵੱਡੇ ਬਿਲਡਰ ਵੀ ਜਦੋਂ ਇਹ ਕਰਦੇ ਨੇ, ਫਲੈਟ ਵੀ ਵੇਚਦੇ ਨੇ, ਉਹ ਨਾਲ ਕਹਿੰਦੇ ਨੇ ਜੀ ਇੰਨੇ ਦਾ ਫਲੈਟ ਹੈ, ਇੰਨੇ ਤੇ ਤੁਹਾਡੀ GST ਵੀ ਲੱਗਣੀ ਹੈ। ਅੱਛਾ, ਉਹ GST ਤੇ ਫਿਰ ਹੋਰ ਦਰਦ ਹੋਣਾ ਸ਼ੁਰੂ ਹੋ ਜਾਂਦਾ। ਫਿਰ ਉਹ ਵਿਚਲਾ ਰਾਹ ਕੱਢਦੇ ਨੇ, ਅੱਛਾ ਤੁਸੀਂ ਪੱਕੇ 'ਚ ਕਿੰਨੇ ਦੋਗੇ ਤੇ ਕੱਚੇ 'ਚ ਕਿੰਨੇ ਦੋਗੇ। ਤੇ ਗੱਲ ਬਿਲਕੁਲ ਤੁਹਾਡੀ ਵਾਜਬ ਹੈ ਕਿ ਕਿਸ ਤਰੀਕੇ ਨਾਲ ਆ ਜਿਹੜਾ 2 ਨੰਬਰ ਦਾ ਜਿਹੜਾ ਪੈਸਾ ਹੈ, ਆਪਾਂ ਬਲੈਕ ਮਨੀ ਕਹਿ ਦਿੰਦੇ ਆ, ਇਸ ਤੇ ਨੱਥ ਪਾਣਾ ਮੈਨੂੰ ਲੱਗਦਾ ਕਿ ਨਾ ਪਿਛਲੀਆਂ ਸਰਕਾਰਾਂ, ਕਿਉਂਕਿ ਸਿਸਟਮ ਨੇ ਇੰਨਾ ਜ਼ਿਆਦਾ ਇਹਦੇ ਤੇ ਪਕੜ ਬਣਾ ਲਈ ਹੈ, ਸ਼ਾਇਦ ਸਰਕਾਰਾਂ ਦੀ ਵੀ ਇਹਦੇ ਵਿੱਚ ਮਿਲੀ ਭਗਤ ਹੁੰਦੀ ਹੋਊਗੀ। ਕਿਉਂ ਨਹੀਂ ਉਹ ਰਿਵਾਈਜ਼ ਕੀਤਾ ਜਾਂਦਾ? ਕਿ ਇਹ ਡਰ ਤਾਂ ਨਹੀਂ ਕਿ ਉਸ ਨਾਲ ਰੀਅਲ ਸਟੇਟ ਮਾਰਕੀਟ ਹੀ ਕਿਤੇ ਡੰਪ ਨਾ ਕਰ ਜਾਏ, ਕਿਉਂਕਿ ਲੋਕ ਫਿਰ ਰਜਿਸਟਰੀਆਂ ਲੋਕ ਪਰਚੇਸ ਕਰਨਾ ਘੱਟ ਕਰ ਦੇਣਗੇ, ਕਿਉਂਕਿ ਇੱਕਦਮ ਕਿੱਥੇ 2 ਕਰੋੜ ਤੇ ਕਿੱਥੇ ਮੈਂ ਤੁਸੀਂ ਦੇਖੋ ਵੀ 80 ਲੱਖ ਦੀ ਉਹ ਪ੍ਰਾਪਰਟੀ, ਮੇਰਾ 80,000 ਖਰਚਾ ਆਣਾ ਹੈ, ਤੇ ਕਿੱਥੇ ਮੇਰਾ 2 ਲੱਖ ਰੁਪਏ ਖਰਚਾ ਆਣਾ ਰਜਿਸਟਰੀ ਦੇ। ਜੀ
ਤਾਂ ਸਰ ਦੇਖੋ ਸਟੈਂਪ ਡਿਊਟੀ ਘਟਾਣੀ ਚਾਹੀਦੀ ਆ, ਕਲੈਕਟਰ ਰੇਟ ਇਹਨਾਂ ਨੂੰ ਇਨਕਰੀਜ਼ ਕਰਨਾ ਚਾਹੀਦਾ। ਤੋ ਨੈਗਲੀਜੀਬਲ ਜਾਂ ਜਿਹੜਾ ਆਮ ਗਰੀਬ ਬੰਦਾ ਜਿਹੜਾ ਸਟੈਂਪ ਡਿਊਟੀ ਰੇਟ ਪੇ ਕਰ ਸਕਦਾ ਉਸ ਤਰ੍ਹਾਂ ਦੀ ਡਿਊਟੀ ਜਿਹੜੀ ਹੈ ਲਗਾਉਣੀ ਚਾਹੀਦੀ ਆ। ਤੇ ਜਿਹੜਾ ਕਲੈਕਟਰ ਰੇਟ ਹੈਗਾ ਉਹ ਤੁਸੀਂ ਇਨਕਰੀਜ਼ ਕਰ ਸਕਦੇ ਹੋ। ਉਹ ਬਾਕੀ ਬਹੁਤ ਸਾਰੀਆਂ ਦੀਆਂ ਚੀਜ਼ਾਂ ਨੇ ਜੀ ਜਿਹੜੀਆਂ ਹੁਣ ਇਹ ਸਿਸਟਮ ਦੀ ਗੱਲ ਆ। ਸਿਸਟਮ ਨੂੰ ਤਾਂ ਫਿਰ ਉੱਪਰੋਂ ਨੀਤੀ ਬਣਨੀ ਆ। ਉਹ ਨੀਤੀ ਜਿਹੜੀ ਆ ਮਿਨਿਸਟਰ ਇੰਚਾਰਜ ਰੈਵਨਿਊ ਨੇ ਬਣਾਉਣੀ ਆ, ਉਹਦਾ ਪਟਵਾਰੀ ਨੇ ਨਹੀਂ ਬਣਾਉਣੀ, ਨਾ ਤਹਿਸੀਲਦਾਰ ਨੇ ਬਣਾਉਣੀ ਆ, ਨਾ ਨਾਇਬ ਤਹਿਸੀਲਦਾਰ ਨੇ ਬਣਾਉਣੀ ਆ। ਉਹਦੇ ਵਾਸਤੇ ਕਿਸੇ ਨੇ ਕਿਸੇ ਨੂੰ ਰੋਕਿਆ ਹੋਇਆ ਨਹੀਂ ਹੈ, ਬਣਾ ਲੈਣ। ਦੂਸਰੀ ਗੱਲ ਜਿਹੜੀ ਹੈ ਬਲੈਕ ਮਨੀ ਦੀ, ਬਲੈਕ ਮਨੀ ਦਾ ਜਿਹੜਾ ਘੁਮਾਓ ਆ, ਰੋਟੇਸ਼ਨ ਆ ਜਿਹੜੀ, ਉਹ ਕੋਈ ਕਿਸੇ ਇੱਕ ਫੀਲਡ ਦੇ ਵਿੱਚ ਨਹੀਂ ਰਹਿੰਦੀ। ਜੇ ਇੱਕ ਫੀਲਡ ਦੇ ਵਿੱਚ ਉਹਨਾਂ ਨੂੰ ਬਲੈਕ ਮਨੀ ਦੀ ਮਲਟੀਪਲੀਕੇਸ਼ਨ ਨਹੀਂ ਹੁੰਦੀ ਤਾਂ ਦੂਸਰਾ ਫੀਲਡ ਜਿਹੜਾ ਹੈਗਾ ਉਹਦੇ ਵਿੱਚ ਸ਼ੁਰੂ ਹੋ ਜਾਂਦਾ। ਜੇ ਸ਼ੇਅਰ ਮਾਰਕੀਟ ਦੇ ਵਿੱਚ ਗਰੋਥ ਨਹੀਂ ਹੋ ਰਹੀ ਤਾਂ ਦੂਜੇ ਸੈਕਟਰ ਦੇ ਵਿੱਚ ਬਲੈਕ ਮਨੀ ਟਿਲਟ ਹੋ ਜਾਂਦੀ ਹੈ। ਤਾਂ ਬਲੈਕ ਮਨੀ ਦਾ ਐਵਰ ਮੋਬਾਈਲ ਆ ਕਿ ਜੇ ਇੱਕ ਸੈਕਟਰ ਉਹਨਾਂ ਨੂੰ ਗਰੋਥ ਨਹੀਂ ਦਿੰਦਾ ਤਾਂ ਦੂਜੇ ਸੈਕਟਰ ਦੇ ਵਿੱਚ, ਜੇ ਉੱਥੇ ਨੀਤੀਆਂ ਸਖਤ ਹੋ ਜਾਂਦੀਆਂ ਨੇ, ਨਿਯਮ ਸਖਤ ਹੋ ਜਾਂਦੇ ਆ, ਤਾਂ ਹੋਰ ਸੈਕਟਰ ਦੇ ਵਿੱਚ ਇਹ ਤਾਂ ਹਮੇਸ਼ਾ ਘੁਮਾਓ ਦੇ ਵਿੱਚ ਰਹੇਗੀ। ਕਿਉਂਕਿ ਬਲੈਕ ਮਨੀ ਸਿਸਟਮ ਨੇ ਹੀ ਜਨਰੇਟ ਕੀਤੀ ਆ। ਉਹ ਸਿਸਟਮ ਦੀ ਜਨਰੇਟ ਕੀਤੀ ਹੋਈ ਉਹ ਘੁਮਾਓ ਦੇ ਵਿੱਚ ਰਹੇਗੀ। ਜੇ ਇੱਕ ਸਿਸਟਮ ਪਲੱਗ ਹੋ ਗਿਆ ਦੂਜਾ ਸ਼ੁਰੂ ਹੋ ਜਾਏਗਾ, ਦੂਜਾ ਪਲੱਗ ਹੋ ਜਾਏਗਾ ਤੀਜਾ ਸ਼ੁਰੂ ਹੋ ਜਾਏਗਾ, ਜਾਂ ਕੋਈ ਹੋਰ ਰਸਤਾ ਆ ਜਾਏਗਾ। ਤਾਂ ਡੀਮੋਨੇਟਾਈਜੇਸ਼ਨ ਵੀ ਕਰਕੇ ਦੇਖ ਲਈ। ਡੀਮੋਨੇਟਾਈਜੇਸ਼ਨ ਕੀ ਸੀ? ਉਹ ਇਹੀ ਚੀਜ਼ ਸੀਗੀ ਕਿ ਅਸੀਂ ਬਲੈਕ ਮਨੀ ਨੂੰ ਖਤਮ ਕਰੀਏ। ਤਾਂ ਬਲੈਕ ਮਨੀ ਖਤਮ, ਡੀਮੋਨੇਟਾਈਜੇਸ਼ਨ ਖਤਮ ਕਰਨ ਦੇ ਬਾਵਜੂਦ ਵੀ, ਆਪਰੇਸ਼ਨ ਕਰਨ ਦੇ ਬਾਵਜੂਦ ਵੀ ਜਿਹੜੀ ਹੈਗੀ ਬਲੈਕ ਮਨੀ ਸਟੈਂਡ ਕਰਦੀ ਹੈ। ਬਲਕਿ ਉਹਦੇ ਉੱਤੇ ਤਾਂ ਚੰਗੀ ਤਰ੍ਹਾਂ ਸਟੱਡੀ ਹੋਈ ਨਹੀਂ ਹੈ। ਜਿੰਨੇ ਪੈਸੇ ਆਰਬੀਆਈ ਨੇ 2000 ਦੇ ਛਾਪੇ ਸੀ ਉਸ ਤੋਂ ਵੱਧ ਵਾਪਸ ਆ ਗਏ ਆਰਬੀਆਈ ਦੇ ਕੋਲੇ। ਤੇ ਫਿਰ ਡੀਮੋਨੇਟਾਈਜੇਸ਼ਨ ਦਾ ਫਾਇਦਾ ਕੀ ਹੋਇਆ? 500-700 ਅਸੀਂ ਬੰਦਾ ਮਰਵਾ ਲਿਆ, ਪਰੇਸ਼ਾਨੀ ਦੇ ਵਿੱਚ ਕੱਟ ਲਏ 2-2.5 ਮਹੀਨੇ, ਤੇ ਉਹਦਾ ਨਤੀਜਾ ਜਿਹੜਾ ਹੈਗਾ ਜ਼ੀਰੋ ਨਿਕਲਿਆ। ਪ੍ਰੋਫੈਸਰ ਸਾਹਿਬ ਇਹੋ ਜਿਹੀਆਂ ਚੀਜ਼ਾਂ ਨਾ, ਇਹੋ ਜਿਹੀਆਂ ਚੀਜ਼ਾਂ ਆਪਣੇ ਭਾਰਤ ਦੇ ਵਿੱਚ ਉਦੋਂ ਹੀ ਹੁੰਦੀਆਂ ਜਿੱਦਾਂ ਤੁਸੀਂ ਕਹਿ ਰਹੇ ਹੋ ਨਾ, ਸਟੱਡੀ ਨਹੀਂ ਹੋਈ, ਜਦੋਂ ਸੱਤਾ ਪਲਟਦੀ ਹੈ। ਜਦ ਤੱਕ ਜੇ ਕੇਂਦਰ 'ਚ ਭਾਜਪਾ ਸਰਕਾਰ ਹੈ ਉਦੋਂ ਤੱਕ ਇਹੋ ਜਿਹਾ ਕੋਈ ਚੀਜ਼ਾਂ ਨਹੀਂ ਹੋਣੀਆਂ। ਜਿਵੇਂ ਹੋਰ ਕਿਸੇ ਦੀ ਸਰਕਾਰ ਆਏਗੀ ਫਿਰ ਆਪਣੇ ਸਾਹਮਣੇ ਚੀਜ਼ਾਂ ਆਉਣਗੀਆਂ। ਇਹ ਹਰ ਵਾਰ ਹੁੰਦਾ। ਜਦੋਂ ਸਰਕਾਰ ਇੱਥੇ ਵੀ ਤੁਸੀਂ ਦੇਖ ਲਓ ਕਾਂਗਰਸ ਦੇ ਕੋਲ, ਮੈਂ ਵਾਰ-ਵਾਰ ਇਹ ਹੀ ਤਾਂ ਕਹਿਣਾ ਕਿ ਸਿਸਟਮ ਦੀ ਇਹੋ ਜਿਹੀ ਕਿਹੜੀ ਮਜਬੂਰੀ ਹੋ ਜਾਂਦੀ ਹੈ, ਕਿਉਂਕਿ ਤੁਸੀਂ ਤਾਂ 58 ਸਾਲ ਤੱਕ ਨੌਕਰੀ ਕਰਨੀ ਹੈ, ਸਰਕਾਰਾਂ ਤਾਂ 5 ਸਾਲ ਵਾਸਤੇ ਹੈ, ਪਰ ਫਿਰ ਵੀ ਸਿਸਟਮ ਉਸ ਪੋਲੀਟੀਸ਼ੀਅਨ ਦੀ ਜੇਬ 'ਚ ਰਹਿੰਦਾ। ਫਿਰ ਵੀ ਉਹ ਸਿਸਟਮ ਉਸ ਪੋਲੀਟੀਸ਼ੀਅਨ ਨੂੰ ਨਾ ਨਹੀਂ ਕਰ ਸਕਦਾ। ਕਿਉਂ ਪ੍ਰੈਸ਼ਰ ਪਾਵੇ ਇੱਕ ਪੋਲੀਟੀਸ਼ੀਅਨ? ਕਿਉਂ ਇੱਕ ਬੰਦਾ ਇਹ ਨਹੀਂ ਕਹਿ ਸਕਦਾ ਜੀ ਜਿੱਥੇ ਮਰਜ਼ੀ ਬਦਲੀ ਕਰ ਦੋ, ਆਹ ਇਮਾਨਦਾਰੀ ਤੇ ਮੈਂ ਖੜਾ, ਮੈਨੂੰ ਨਹੀਂ ਪਤਾ, ਗੈਰ ਕਾਨੂੰਨੀ ਕੰਮ ਹੈ ਮੈਂ ਨਹੀਂ ਕਰਦਾ। ਆਪਾਂ ਕਿਉਂ ਨਹੀਂ ਇਹੋ ਜਿਹੀ ਐਗਜ਼ਾਮਪਲਾਂ? ਬਹੁਤ ਘੱਟ ਇਹੋ ਜਿਹੇ ਲੋਕ ਨੇ। ਮੈਂ ਨਹੀਂ ਕਹਿੰਦਾ ਕਿ ਇਹੋ ਜਿਹੇ ਲੋਕ ਨਹੀਂ, ਬਹੁਤ ਘੱਟ ਨੇ ਇਹੋ ਜਿਹੇ ਲੋਕ। ਪਰ ਉਹਨਾਂ ਦੀ ਫਿਰ ਟ੍ਰਾਂਸਫਰ ਤੁਸੀਂ ਦੇਖੋ ਵੀ 50-50 60-60 ਵਾਰ ਉਹ ਤਾਂ ਵਿਚਾਰੇ ਆਪਦਾ ਟ੍ਰਾਂਸਫਰ ਲੈਟਰ ਮਤਲਬ ਜਿਵੇਂ ਜੇਬ 'ਚ ਹੀ ਲੈ ਕੇ ਬੈਠੇ ਹੁੰਦੇ ਨੇ ਕਿ ਹਾਂਜੀ ਤੁਸੀਂ ਦੱਸੋ ਵੀ ਕਿੱਥੇ ਅੱਗੇ ਮੈਂ ਜਾਣਾ। ਉਹਨਾਂ ਦੀ ਫਿਰ 1 ਮਹੀਨੇ ਜਾਂ 2 ਮਹੀਨੇ ਵਾਸਤੇ ਉੱਥੇ ਰੱਖਿਆ ਜਾਂਦਾ, ਫਿਰ ਅੱਗੇ ਬਦਲੀ ਕੀਤੀ ਜਾਂਦੀ ਹੈ। ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਸਿਸਟਮ ਨੂੰ ਸਮਝਣਾ ਪਏਗਾ। ਸੁਰਿੰਦਰ ਜੀ, ਟ੍ਰਾਂਸਫਰ ਕੌਣ ਕਰਦਾ? ਟ੍ਰਾਂਸਫਰ ਮਿਨਿਸਟਰ ਹੀ ਕਰਦਾ। ਅਗਰ ਹਰ ਇੱਕ ਬੰਦੇ ਨੂੰ ਪਤਾ ਕਿ 3 ਸਾਲ ਜਾਂ 5 ਸਾਲ ਤੋਂ ਬਾਅਦ ਮੈਂ ਇਹ ਪੋਸਟ ਹੋਲਡ ਨਹੀਂ ਕਰ ਸਕਦਾ, ਮੈਂ ਦੂਜੇ ਡਿਪਾਰਟਮੈਂਟ ਦੇ ਵਿੱਚ ਜਾਣਾ ਹੀ ਜਾਣਾ, ਤੇ ਫਿਰ ਉਸ ਨੂੰ ਟ੍ਰਾਂਸਫਰ ਦਾ ਵੀ ਡਰ ਨਹੀਂ ਹੋਏਗਾ। ਪਰ ਹੁੰਦਾ ਇੱਥੇ ਕੀ ਹੈ, ਜਿਹੜਾ ਤਾਂ ਸਾਡੇ ਮਿਨਿਸਟਰਸ ਨੂੰ ਜਾਂ ਮੁੱਖ ਮੰਤਰੀਆਂ ਨੂੰ ਕਿਸੇ ਵੀ ਪਾਰਟੀਆਂ ਦੇ ਹੋਣ ਚੰਗਾ ਲੱਗਦਾ, ਉਹ ਤਾਂ ਇੱਕੋ ਹੀ ਪੋਸਟ 10-10 ਸਾਲ ਵੀ ਹੋਲਡ ਕਰ ਦਿੰਦਾ। ਜੇ ਕੋਈ ਨਹੀਂ ਚੰਗਾ ਲੱਗਦਾ ਉਸ ਨੂੰ 5 ਸਾਲਾਂ ਵਿੱਚ 50 ਥਾਵਾਂ ਦੇ ਉੱਤੇ ਪਲੇਸ ਕਰ ਦਿੰਦੇ ਨੇ। ਤਾਂ ਫਿਰ ਨੀਤੀ ਦਾ ਟ੍ਰਾਂਸਫਰ ਦੀ ਕੋਈ ਹੈ ਨਹੀਂ ਨਾ। ਸਾਡੀ ਇੱਕੋ ਹੀ ਨੀਤੀ ਹੈਗੀ ਆ ਕਿ ਜਿਹੜਾ ਮੰਤਰੀ ਹੈ ਜਾਂ ਮੁੱਖ ਮੰਤਰੀ ਆ ਉਹਦਾ ਪਿਆਰਾ ਕੌਣ ਆ, ਸਿਰਫ ਇਹੋ ਹੀ ਨੀਤੀ ਹੈ ਨਾ। ਜੇ ਇਹ ਨੀਤੀ ਚੱਲੇਗੀ ਤਾਂ ਫਿਰ ਕੋਈ ਸਿਸਟਮ ਗਰੋ ਕਰ ਹੀ ਨਹੀਂ ਸਕੇਗਾ। ਇਸ ਕਰਕੇ ਮੇਰੀ ਜਿਹੜੀ ਬੇਨਤੀ ਸੀਗੀ ਕਿ ਜਦੋਂ ਅਸੀਂ ਕੋਈ ਕਾਨੂੰਨ ਬਣਾਉਂਦੇ ਆ, ਜਦੋਂ ਅਸੀਂ ਕੋਈ ਨੀਤੀ ਬਣਾਉਂਦੇ ਆ, ਉਹਦੇ ਵਿੱਚ ਇੰਨੀਆਂ ਐਂਬੀਗੂਟੀਜ਼, ਇੰਨੇ ਓਵਰਲੈਪਸ, ਇੰਨੀਆਂ ਉਹਦੀਆਂ ਬਹੁਤ ਦਿਸ਼ਾਵੀ ਉਸ ਨੂੰ ਕਰ ਦਿੰਦੇ ਆ। ਜਿੱਧਰ ਮਰਜ਼ੀ ਤੰਦ ਖਿੱਚ ਕੇ ਉਹਨੂੰ ਜਿੱਧਰ ਮਰਜ਼ੀ ਉਹਦੀ ਜਸਟੀਫਿਕੇਸ਼ਨ ਬਣਾ ਲਓ। ਉਹ ਇੰਨੀ ਰਿਜਿਡ ਔਰ ਇੰਨੀ ਸਟ੍ਰੈਟੀਫਾਈਡ ਨਹੀਂ ਹੁੰਦੀ ਕਿ ਉਹਦੀ ਇੱਕੋ ਹੀ ਵਿਆਖਿਆ ਹੋ ਸਕੇ। ਇਸੇ ਤਰ੍ਹਾਂ ਦੇ ਕਾਨੂੰਨ ਬਣਾਏ ਜਾਂਦੇ ਆ ਕਿ ਉਹਦੀਆਂ 10 ਵਿਆਖਿਆਵਾਂ ਕਰ ਲਓ। ਉਹ ਫਿਰ ਜਿਹੜੇ ਬੰਦੇ ਨੂੰ ਜੋ ਚੰਗਾ ਲੱਗਦਾ ਉਹਦੀ ਉਸ ਤਰ੍ਹਾਂ ਦੀ ਵਿਆਖਿਆ ਕਰਕੇ ਆਪਣਾ ਲਾਹਾ ਜਿਹੜਾ ਉਹਦੇ ਵਿੱਚ ਲੈ ਲੈਂਦਾ। ਮੈਂ ਅੱਜ ਹੀ ਦੇਖ ਰਿਹਾ ਸੀ ਇੱਕ ਬਾਰ ਐਂਡ ਬੈਂਚ ਦੇ ਵਿੱਚ ਇੱਕ ਜੱਜ ਸਾਹਿਬ ਨੇ, ਉਹ ਆਪਣੀ ਇੰਟਰਵਿਊ ਦੇ ਰਹੇ ਸੀ, ਉਹ ਬਾਹਰ ਦੇ ਕਾਨੂੰਨਾਂ ਦੀ ਵਿਆਖਿਆ ਕਰ ਰਹੇ ਸੀ ਕਿ ਉਹਨਾਂ ਦੇ ਕਾਨੂੰਨ ਕਿੰਨੇ ਰਿਜਿਡ ਨੇ। ਸਾਡੇ ਵਾਲੇ ਜਿਹੜੇ ਅਦਾਲਤਾਂ ਨੇ ਇਹ ਤਾਂ ਇੱਕ ਤਰੀਕੇ ਦੇ ਨਾਲ ਜਿਹੜੀ ਐਨੀਮੋਸਿਟੀ ਆ ਨਾ, ਉਹਨਾਂ ਨੇ ਸ਼ਬਦ ਵਰਤਿਆ ਐਨੀਮੋਸਿਟੀ, ਵੀ ਦੋ ਬੰਦਿਆਂ ਦੇ ਵਿਚਕਾਰ ਜਿਹੜੀ ਐਨੀਮੋਸਿਟੀ ਆ ਉਸ ਨੂੰ ਰਿਡਿਊਸ ਕਰਦੇ ਆ, ਸਿਰਫ ਸਮਝੌਤਾ ਜਾਂ ਟਾਈਪ ਜਿਹਾ ਕਰਵਾਉਂਦੇ ਆ। ਤੇ ਜਸਟਿਸ ਜਿਹੜਾ ਹੈਗਾ ਉਹ ਸਾਡੇ ਵਿਵਸਥਾ ਦੇ ਵਿੱਚ ਬੜੀ ਦੂਰ ਦੀ ਗੱਲ ਆ। ਤਾਂ ਮੈਂ ਇਹ ਗੱਲ ਕਹਿ ਰਿਹਾ ਵੀ ਹੁਣ ਨੀਤੀਆਂ ਕੌਣ ਬਣਾਉਂਦਾ, ਲਾ ਕੌਣ ਬਣਾਉਂਦਾ? ਲੈਜਿਸਲੇਚਰ ਬਣਾਉਂਦੇ ਆ, ਨੁਮਾਇੰਦੇ ਬਣਾਉਂਦੇ ਆ, ਪਾਰਲੀਮੈਂਟ ਬਣਾਉਂਦੀ ਆ, ਸਟੇਟ ਅਸੈਂਬਲੀਜ਼ ਬਣਾਉਂਦੀਆਂ ਨੇ। ਪਰ ਜੇ ਸਟੇਟ ਅਸੈਂਬਲੀਜ਼ ਇਸ ਤਰ੍ਹਾਂ ਦੇ ਲਾ ਬਣਾਉਣ ਜਿਹਦੇ ਵਿੱਚ ਫਲੈਕਸੀਬਿਲਿਟੀ ਜਾਂ ਬਹੁਤ ਜਿਹੜਾ ਹੈਗਾ ਦਿਸ਼ਾਵੀ ਨਾ ਹੋਣ, ਜਾਂ ਉਹਨਾਂ ਨੂੰ ਅਸੀਂ ਉਹ ਤੰਦ ਨੂੰ ਖਿੱਚ ਕੇ ਕਿਸੇ ਪਾਸੇ ਵੀ ਮਰੋੜ ਨਾ ਸਕਦੇ ਹੋਈਏ, ਤਾਂ ਫਿਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀਆਂ ਸਪਸ਼ਟ ਵਿਆਖਿਆਵਾਂ ਹੋਣੀਆਂ ਸ਼ੁਰੂ ਹੋ ਜਾਣ। ਸਿਸਟਮ ਜਿਹੜਾ ਹੈਗਾ
ਫਿਲਟਰ ਹੋਣਾ ਸ਼ੁਰੂ ਹੋ ਜਾਏ, ਪਾਣੀ ਨਿੱਤਰ ਕੇ ਆਉਣਾ ਸ਼ੁਰੂ ਹੋ ਜਾਏ। ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਨਾ, ਸਾਰੀਆਂ ਚੀਜ਼ਾਂ ਸਾਰੇ ਬੰਦਿਆਂ ਦੇ ਉੱਤੇ ਨਿਰਭਰ ਕਰਦੀਆਂ ਹੁੰਦੀਆਂ ਨੇ। ਜੇ ਚੰਗੀ ਸੁਸਾਇਟੀ ਹੋਊਗੀ, ਚੰਗੇ ਨੁਮਾਇੰਦੇ ਜਾਣਗੇ, ਚੰਗੇ ਕਾਨੂੰਨ ਬਣਨਗੇ, ਚੰਗੀਆਂ ਨੀਤੀਆਂ ਬਣਨਗੀਆਂ, ਉਸੇ ਤਰ੍ਹਾਂ ਦਾ ਸੋਸ਼ਲ ਕੰਟਰੋਲ ਹੋਏਗਾ, ਗਵਰਨੈਂਸ ਉਨੀ ਵਧੀਆ ਹੋਏਗੀ। ਹੁਣ ਜੇ ਆਪਾਂ ਸੋਚੀਏ ਨਾ ਜੀ ਵੀ ਸਾਡੇ ਜਿਹੜੇ 117 ਵਿਧਾਇਕ ਨੇ ਉਹ ਤਾਂ ਸ਼ਾਨਦਾਰ ਹੋ ਜਾਣ, ਕਿਸੇ ਐਸੇ ਸੰਸਾਰ ਦੇ ਵਿੱਚੋਂ ਨਿਕਲ ਕੇ ਆ ਜਾਣ, ਸਵਰਗ ਦੇ ਵਿੱਚੋਂ ਜਾਂ ਕਿਤੋਂ ਹੋਰ, ਕਿ ਉਹਨਾਂ ਦਾ ਜਿਹੜਾ ਹੈਗਾ IQ, ਮੈਂਟਲ ਮੇਕਅਪ ਕੋਈ ਇਸ ਤਰ੍ਹਾਂ ਦਾ ਹੋਵੇ ਕਿ ਉਹ ਅਤੀ ਪਵਿੱਤਰ ਹੋ ਜਾਣ। ਬਾਕੀ ਜਿਹੜਾ ਸਮਾਜ ਆ ਉਹ ਸਾਰਾ ਗੰਦ ਚ ਤੁਰਿਆ ਫਿਰੇ। ਇਸ ਤਰ੍ਹਾਂ ਹੁੰਦਾ ਨਹੀਂ ਹੈ। ਇਸੇ ਸਮਾਜ ਦੇ ਵਿੱਚੋਂ ਜੇ ਉਹ ਚੰਗਾ ਹੈਗਾ, ਚੰਗੇ ਬੰਦੇ ਚਲੇ ਜਾਣਗੇ, ਮੰਦਾ ਹੋਊਗਾ, ਮੰਦੇ ਬੰਦੇ ਚਲੇ ਜਾਣਗੇ। ਜੇ ਉਹ ਓਨੈਸਟ ਹੋਊਗਾ, ਓਨੈਸਟ ਚਲੇ ਜਾਣਗੇ, ਡਿਸਓਨੈਸਟ ਹੋਊਗਾ, ਡਿਸਓਨੈਸਟ ਜਾ ਕੇ ਅੱਗੇ ਆਪਣੀ ਉਸ ਤਰ੍ਹਾਂ ਦੀ ਕਾਰਵਾਈ ਕਰਨਗੇ। ਉਸੇ ਤਰ੍ਹਾਂ ਦਾ ਪਰਤਵੇਂ ਰੂਪ ਦੇ ਵਿੱਚ ਸਮਾਜ ਦੇ ਵਿੱਚ ਅਸਰ ਪਾਉਣਗੇ। ਸੋ ਅਸੀਂ ਸੁਸਾਇਟੀ ਨੂੰ ਵੀ ਬਰੀ ਨਹੀਂ ਕਰ ਸਕਦੇ, ਨਾ ਹੀ ਅਸੀਂ ਨੁਮਾਇੰਦਿਆਂ ਨੂੰ ਬਰੀ ਕਰ ਸਕਦੇ ਹਾਂ, ਨਾ ਹੀ ਅਫਸਰਾਂ ਨੂੰ ਬਰੀ ਕਰ ਸਕਦੇ ਹਾਂ। ਇਹ ਸਾਰੀਆਂ ਚੀਜ਼ਾਂ ਕੰਟਰੀਬਿਊਟਿੰਗ ਫੈਕਟਰਸ ਨੇ। ਹਰ ਫੈਕਟਰ ਮੋਸਟ ਇੰਪੋਰਟੈਂਟ ਆ। ਇਸ ਕਰਕੇ ਕਿਸੇ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਕਿਸੇ ਦੀ ਜਿਹੜੀ ਹੈਗੀ ਆ ਆਪਾਂ ਉਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਇਹ ਸਾਰੀਆਂ ਚੀਜ਼ਾਂ ਤਾਂ ਸਹੀ ਢੰਗ ਦੇ ਨਾਲ ਚੱਲਣਗੀਆਂ ਜੇਕਰ ਸੁਸਾਇਟੀ ਦਾ ਹਰ ਬੰਦਾ ਆਪਣੀ ਅਕਾਊਂਟੇਬਿਲਿਟੀ ਐਂਡ ਰਿਸਪੌਂਸਿਬਿਲਿਟੀ ਸਮਝੇਗਾ। ਸੁਰਿੰਦਰ ਜੀ ਬਿਲਕੁਲ। ਤੇ ਉਧਰ ਗੱਲ ਜੇ ਪੰਜਾਬੀ ਯੂਨੀਵਰਸਿਟੀ ਵਾਲੇ ਪਾਸੇ ਕਰੀਏ ਤਾਂ ਪ੍ਰੋਫੈਸਰ ਸਾਹਿਬ ਉੱਥੇ ਵੀ ਡਿਸਟੈਂਸ ਐਜੂਕੇਸ਼ਨ ਬਿਊਰੋ ਨੇ ਮਨਜ਼ੂਰੀ ਵਾਪਸ ਲੈ ਲਈ ਹੈ। ਕਰੋੜਾਂ ਦਾ ਨੁਕਸਾਨ ਤਾਂ ਹੋਇਆ ਹੀ ਹੋਇਆ, ਨਾਲ 15,000 ਲਗਭਗ ਵਿਦਿਆਰਥੀ, ਉਹਨਾਂ ਦਾ ਜਿਹੜਾ ਫਿਊਚਰ ਹੈ ਉਸ ਤੇ ਵੀ ਸਵਾਲੀਆ ਨਿਸ਼ਾਨ ਖੜਾ ਹੋ ਗਿਆ। ਕਿਉਂਕਿ ਬਹੁਤ ਸਾਰੇ ਇਹੋ ਜਿਹੇ ਨੇ ਜਿਹੜੇ ਕਿ ਸਿਰਫ ਡਿਸਟੈਂਸ ਐਜੂਕੇਸ਼ਨ ਦੇ ਨਾਲ ਹੀ ਉਹ ਪੰਜਾਬੀ ਯੂਨੀਵਰਸਿਟੀ ਤੋਂ ਕੋਈ ਗ੍ਰੈਜੂਏਸ਼ਨ ਤੇ ਕੋਈ ਪੋਸਟ ਗ੍ਰੈਜੂਏਸ਼ਨ ਕਰਦਾ, ਪਰ ਉੱਥੇ ਹੁਣ ਸਵਾਲੀਆ ਨਿਸ਼ਾਨ ਖੜਾ ਹੋ ਗਿਆ। ਕਿਵੇਂ ਦੇਖਦੇ ਹੋ? ਦੇਖੋ ਸੁਰਿੰਦਰ ਜੀ, ਮਸਲਾ ਜਿਹੜਾ ਹੈਗਾ ਨਾ, ਇਕੱਲਾ ਆਪਾਂ ਇਹ ਨਾ ਸਮਝੀ ਉਹਨਾਂ ਨੇ ਜਿਹੜੀ UGC ਨੇ ਜਾਂ ਜਿਹੜਾ ਡਿਸਟੈਂਸ ਐਜੂਕੇਸ਼ਨ ਬੋਰਡ ਨੇ ਆਪਣੀ ਵਾਪਸ ਨਹੀਂ ਲਈ। ਬੇਸਿਕਲੀ ਇਹਨਾਂ ਨੇ ਅਪਲਾਈ ਨਹੀਂ ਕੀਤਾ। ਜਿਹੜੀ ਡਿਸਟੈਂਸ ਐਜੂਕੇਸ਼ਨ ਦੀ ਫਸਟ ਈਅਰ ਦੀ ਜਾਂ ਐਂਟਰੀ ਦੇ ਜਿਹੜੇ ਕੋਰਸਿਸ ਨੇ ਉਹਨਾਂ ਦੇ ਵਿੱਚ ਮਨਜ਼ੂਰੀ ਹੀ ਨਹੀਂ ਲਈ। ਮਨਜ਼ੂਰੀ ਲੈਣ ਦੇ ਲਈ ਮੀਗਰ ਜਿਹਾ ਅਮਾਊਂਟ ਦੱਸਦੇ ਆ ਕਿ 3-4 ਲੱਖ ਰੁਪਇਆ ਭਰਾਉਣਾ ਸੀਗਾ, ਲੇਕਿਨ ਉਹ ਜ਼ਿੰਮੇਵਾਰੀ ਦੇ ਨਾਲ ਭਰਾਇਆ ਨਹੀਂ ਗਿਆ, ਜਾਂ ਇਹਦੇ ਵਿੱਚ ਕੋਈ ਵੱਡੀ ਸਾਜ਼ਿਸ਼ ਆ। ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਦੀਆਂ ਵੀ ਕਨਸੂਆਂ ਆ ਰਹੀਆਂ ਨੇ ਕਿ ਕਿਸੇ ਹੋਰ ਯੂਨੀਵਰਸਿਟੀ ਦੀ ਐਡਮਿਸ਼ਨ ਨੂੰ ਪੂਰਾ ਕਰਨ ਦੇ ਲਈ ਇਹਦੇ ਵਿੱਚ ਢਿੱਲ ਵਰਤੀ ਗਈ ਆ। ਇਹ ਹੁਣ ਢਿੱਲ ਵਰਤੀ ਗਈ ਆ ਕਿ ਨਹੀਂ ਵਰਤੀ ਗਈ, ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ। ਤੇ ਜੇ ਤਾਂ ਇਨਵੈਸਟੀਗੇਸ਼ਨ ਕਰੂਗੀ ਪੰਜਾਬੀ ਯੂਨੀਵਰਸਿਟੀ, ਇਹ ਤਾਂ ਇਹਦੇ ਵਿੱਚੋਂ ਬਹੁਤਾ ਨਿਕਲਣਾ ਕੁਛ ਨਹੀਂ, ਘੋਲੂਆ ਪਾ ਦੇਣਗੇ ਮਿੱਟੀ ਦੇ ਵਿੱਚ, ਜਿਹੜੀ ਹੈ ਚੀਜ਼ ਨੂੰ ਦਬਾ ਦਿੰਦੇ ਆ। ਹਰ ਇੰਸਟੀਟਿਊਸ਼ਨ ਇਵੇਂ ਕਰਦੀ ਆ ਕਿ ਸਾਡੀ ਬਦਨਾਮੀ ਹੋਊਗੀ, ਸਾਡੀ ਗਲਤੀ ਹੈਗੀ ਆ। ਹਾਈ ਕੋਰਟ ਦੇ ਵਿੱਚ ਕੇਸ ਲਗਾਇਆ ਸੀ ਤੇ ਸਾਡੇ ਜਿਹੜੇ ਵਾਈਸ ਚਾਂਸਲਰ ਸਾਹਿਬ ਨੇ ਉਹ ਉਸ ਕੋਰਟ ਰੂਮ ਦੇ ਵਿੱਚ ਮੌਜੂਦ ਸੀਗੇ, ਔਰ ਬੜੀ ਬੇਸ਼ਰਮੀ ਤੇ ਬੇਇੱਜ਼ਤੀ ਹੋਈ ਆ। ਤੇ ਉਹ ਕੋਰਟ ਕੇਸ ਪੰਜਾਬੀ ਯੂਨੀਵਰਸਿਟੀ ਨੇ ਵਾਪਸ ਲਿਆ ਤੇ ਮੈਟਰ ਜਿਹੜਾ ਹੈਗਾ UGC ਦੇ ਨਾਲ ਦੁਬਾਰਾ ਟੇਕਅਪ ਹੋ ਰਿਹਾ। ਹੋ ਸਕਦਾ ਕੁਝ ਪਲੈਂਟੀ ਵਗੈਰਾ ਲਗਾ ਕੇ ਜਾਂ ਕੋਈ ਹੋਰ ਵੇ ਆਊਟ ਕੱਢ ਕੇ ਪੋਸਟ ਫੈਕਟੋ ਅਪਰੂਵਲ ਜਿਹੜੀ ਹੈਗੀ ਆ ਉਹ UGC ਇਹਨਾਂ ਨੂੰ ਦੇ ਦੇਵੇ। ਲੇਕਿਨ ਸਾਡੇ ਬੱਚੇ ਪੰਜਾਬੀ ਯੂਨੀਵਰਸਿਟੀ, ਸਟੇਟ ਦੀ ਜਿਹੜੀ ਯੂਨੀਵਰਸਿਟੀ ਆ, ਉਹਦੇ ਦਾਖਲੇ ਰਹਿ ਗਏ ਆ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਦਾਖਲੇ ਭਰ ਗਏ ਹੋਣਗੇ। ਸਿਰਫ ਟਾਈਮ ਦਾ ਐਡਵਾਂਟੇਜ ਹੀ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਦੇਣਾ ਸੀ, ਉਹ ਇਹਨਾਂ ਨੇ ਦੇਤਾ। ਤਾਂ ਸਾਡੀ ਜਿਹੜੀ 15,000 ਦੇ ਕਰੀਬ ਐਡਮਿਸ਼ਨ ਹੁੰਦੀ ਹੈ ਡਿਸਟੈਂਸ ਐਜੂਕੇਸ਼ਨ ਦੀ, ਉਹ ਲਟਕ ਗਈ। ਤੇ ਹੁਣ ਜੇ ਸਾਨੂੰ ਪ੍ਰਵਾਨਗੀ ਮਿਲ ਵੀ ਗਈ ਤਾਂ ਉਹਦੇ ਵਿੱਚ ਸ਼ਾਇਦ ਉਹਨੇ ਬੱਚੇ ਦਾਖਲ ਨਾ ਹੋ ਸਕਣ, ਕਿਉਂਕਿ ਦੂਜੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਦਾਖਲੇ ਲੈ ਚੁੱਕੇ ਹੋਣਗੇ। ਇਹੋ ਇੱਕ ਸਾਜ਼ਿਸ਼ ਆ ਜਿਹਦੇ ਉੱਤੇ ਕੰਮ ਕਰਨ ਦੀ ਲੋੜ ਆ। ਤੇ ਮੈਂ ਤਾਂ ਇਹ ਸਮਝਦਾ ਕਿ ਮੁੱਖ ਮੰਤਰੀ ਪੰਜਾਬ ਜੀ ਨੂੰ, ਵਿਜੀਲੈਂਸ ਵਿਭਾਗ ਨੂੰ ਇਹ ਇਨਵੈਸਟੀਗੇਸ਼ਨ ਸੌਂਪਣੀ ਚਾਹੀਦੀ ਆ ਕਿ ਕਿਸੇ ਸਾਜ਼ਿਸ਼ ਦੇ ਕਾਰਨ ਇਹ ਡਿਲੇ ਹੋਇਆ ਜਾਂ ਜਿਹੜਾ ਹੈਗਾ ਕੋਈ ਨੈਗਲੀਜੈਂਸ ਹੋਈ ਆ। ਜੇ ਨੈਗਲੀਜੈਂਸ ਹੋਈ ਆ ਤਾਂ ਸੰਬੰਧਿਤ ਅਧਿਕਾਰੀ ਇਨਕਲੂਡਿੰਗ ਵਾਈਸ ਚਾਂਸਲਰ, ਉਹ ਵੀ ਤਾਂ ਇੱਕ ਮੋਨੀਟਰਿੰਗ ਅਥਾਰਟੀ ਆ, ਉਹਨਾਂ ਦੇ ਉੱਤੇ ਜਿਹੜੀ ਹੈਗੀ ਆ ਉਹ ਸਰਕਾਰ ਜਿਹੜੀ ਹੈਗੀ ਆ ਕੋਈ ਬਹੁਤ ਹੀ ਸਖਤ ਕਾਰਵਾਈ ਕਰੇ। ਕਿਉਂਕਿ ਸਟੇਟ ਯੂਨੀਵਰਸਿਟੀ ਆਉਣ ਵਾਲੇ ਸਮਿਆਂ ਦੇ ਵਿੱਚ 300-400 ਕਰੋੜ ਦੇ ਵਿੱਚ ਇਹਨਾਂ ਨੇ ਡੈਫੀਸਿਟ ਦੇ ਵਿੱਚ, ਲਾਸ ਦੇ ਵਿੱਚ ਪਟਾਈ ਆ। ਇਹ ਕੋਈ ਸਧਾਰਨ ਗੱਲ ਨਹੀਂ ਹੈ ਸੁਰਿੰਦਰ ਜੀ। ਪਰ ਉਹਨਾਂ ਨੇ ਕਿਹਾ ਵੀ HOD ਪ੍ਰੋਫੈਸਰ ਸਤਨਾਮ ਸਿੰਘ ਸੰਧੂ ਤੇ ਕਲੈਰੀਕਲ ਸਟਾਫ ਦੇ ਤੇ ਕੁਝ ਹੋਰ ਅਧਿਕਾਰੀ ਸਗੋਂ ਕਹਿੰਦੇ ਮੁਅੱਤਲ ਵੀ ਕਰ ਦਿੱਤੇ ਨੇ ਇਸ ਨੂੰ ਲੈ ਕੇ। ਪਰ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਬੜੇ ਕਹਿੰਦੇ ਨੈਗਲੀਜੀਬਲ ਅਮਾਉਂਟ ਸੀਗੀ ਨਾਲੇ। ਕੋਈ ਸੁਰਿੰਦਰ ਜੀ ਮੁਅੱਤਲ ਨਹੀਂ ਕੀਤੇ, ਉਹਨਾਂ ਨੂੰ ਸਿਰਫ HOD ਦੇ ਅਹੁਦੇ ਤੋਂ ਸਸਪੈਂਡ ਕੀਤਾ, ਨਾ ਕਿ ਸਰਵਿਸਿਜ਼ ਤੋਂ ਸਸਪੈਂਡ ਕੀਤਾ। ਉਹ ਹੈੱਡ ਦੇ ਤੌਰ ਦੇ ਉੱਤੇ ਕੁਝ ਸਮੇਂ ਦੇ ਲਈ ਮੁਅੱਤਲ ਹੋਏ ਹੋਏ ਆ, ਉਹਨਾਂ ਦੀਆਂ ਸਰਵਿਸਿਜ਼ ਆਰ ਗੋਇੰਗ ਔਨ। ਤੋ ਇਹ ਜਿਹੜੀ ਚੀਜ਼ ਹੈਗੀ ਹੈ ਨਾ, ਘੋੜੂਆ ਜਿਹਾ ਪਾ ਕੇ ਮੀਡੀਆ ਦੇ ਵਿੱਚ ਬੇਗ ਜੀ ਗੱਲ ਕਹਿ ਦਿੰਦੇ ਆ, ਐਕਚੁਅਲੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੈ। ਉਹ HOD ਦੇ ਤੌਰ ਦੇ ਉੱਤੇ ਕੰਮ ਨਹੀਂ ਕਰਨਗੇ, ਬਟ ਹੀ ਵਿਲ ਰਿਮੇਨ ਐਜ਼ ਅ ਆਫੀਸਰ, ਐਜ਼ ਅ ਪ੍ਰੋਫੈਸਰ, ਮਤਲਬ ਉਹ ਕੰਮ ਕਰਨਗੇ ਹੁਣ। ਹਾਂ, ਕੰਮ ਕਰਨਗੇ ਬਿਲਕੁਲ। ਤੇ ਜਿਹੜਾ ਕਲੈਰੀਕਲ ਸਟਾਫ ਦਾ ਜ਼ਿਕਰ ਕਰ ਰਹੇ ਨੇ ਉਹ
ਹਾਂਜੀ ਤੇ ਇੱਥੇ ਜ਼ਿਕਰ ਹੈ ਵੀ ਇੱਕ ਸਹਾਇਕ ਕਲਰਕ ਸੁਖਵਿੰਦਰ ਸਿੰਘ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਵੀ ਉਹਨੂੰ ਵੀ ਮੁਅੱਤਲ ਕਰ ਦਿੱਤਾ ਕਿ ਉਹ ਵੀ ਮਤਲਬ ਜਿਹੜਾ ਕਲੈਰੀਕਲ ਸਟਾਫ ਤੁਸੀਂ ਜਿਵੇਂ ਜ਼ਿਕਰ ਕੀਤਾ ਵੀ 4-5 ਲੱਖ ਰੁਪਏ ਦਾ ਬੜਾ ਨਿਗਲੀਜੀਬਲ ਅਮਾਉਂਟ ਹੈ ਇਹਦੇ ਵਾਸਤੇ ਤੁਹਾਨੂੰ ਨਹੀਂ ਲੱਗਦਾ ਕਿ ਸਾਖ ਤੇ ਵੀ ਤਾਂ ਸਗੋਂ ਧੱਬਾ ਲੱਗਿਆ ਹੈ? ਮੈਂ ਇਹ ਗੱਲ ਕਹਿ ਰਿਹਾ, ਦੇਖੋ ਕਨਸੂਆ ਤਾਂ ਮੈਂ ਵੀ ਯੂਨੀਵਰਸਿਟੀ ਦੇ ਵਿੱਚ 10 ਸਾਲ ਮੇਰਾ ਤਾਲਮੇਲ ਰਿਹਾ। ਮੈਂ 2020 ਤੱਕ ਯੂਨੀਵਰਸਿਟੀ ਦੇ ਵੱਖ-ਵੱਖ ਵਰਕਿੰਗ ਨਾਲ ਮੇਰਾ ਵੀ ਕੋਈ ਲਿੰਕ ਹੈਗਾ। ਮੈਂ 10 ਸਾਲ ਉੱਥੇ ਪੜ੍ਹਾਇਆ ਵੀ ਆ ਤੇ ਬਾਅਦ ਵਿੱਚ ਐਜ਼ ਏ ਟੀਚਰ ਵੀ ਮੇਰਾ ਲਿੰਕ ਰਿਹਾ। ਕਨਸੂਆ ਕੁਝ ਇਸ ਪ੍ਰਕਾਰ ਦੀਆਂ ਨੇ ਕਿ ਦਫ਼ਤਰੀ ਸਟਾਫ ਨੇ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਸੀ, ਪਰ ਲਥਾਰਜੀ ਜਿਹੜੀ ਹੈਗੀ ਆ ਉਹ ਹਾਇਰ ਲੈਵਲ ਦੇ ਉੱਤੇ ਹੋਈ ਆ। ਉਹ ਤਾਂ ਜਦੋਂ ਝਟਕਾ ਕਰਨਾ ਹੁੰਦਾ ਫਿਰ ਨਿਚਲੇ ਲੈਵਲ ਦੇ ਬੰਦੇ ਦਾ ਹੀ ਕਰਨਾ, ਜਦੋਂ ਫਸਦਾ ਫਿਰ ਉਹਦੇ ਵਿੱਚ ਵੱਡੇ ਅਫਸਰ ਥੋੜੀ ਫਸਦੇ ਆ, ਫਿਰ ਪਟਵਾਰੀ ਨੂੰ ਫੜ ਕੇ ਉਹਨੂੰ ਝਟਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਸਾਰਾ ਜਿਹੜਾ ਗੁੱਸਾ ਔਰ ਕ੍ਰੋਧ ਜਿਹੜਾ ਹੈਗਾ ਉਹਦੇ ਸਸਪੈਂਸ਼ਨ ਦੇ ਉੱਤੇ ਕੱਢ ਲਿਆ ਜਾਂਦਾ। ਇਹ ਪਾਣੀ ਤਾਂ ਫਿਰ ਨਿਵਾਣ ਵੱਲ ਨੂੰ ਜਾਂਦਾ, ਜਿਹੜਾ ਪਾਣੀ ਪਹਾੜਾਂ ਤੋਂ ਆਇਆ ਸੀ ਉਹ ਫਿਰ ਮਾਨਸਾ ਸਦੂਲਗੜ੍ਹੇ ਗਿਆ, ਫਿਰ ਜਿੱਧਰ ਨੀਵੀਂ ਥਾਂ ਸੀ। ਉਹ ਇਸੇ ਤਰ੍ਹਾਂ ਦਾ ਕੰਮ ਜਿਹੜਾ ਹੈਗਾ ਇਸ ਦੇ ਵਿੱਚ ਹੁੰਦਾ। ਮੈਂ ਇਹ ਗੱਲ ਕਹਿ ਰਿਹਾ ਵੀ ਦਫ਼ਤਰ ਵਾਲੇ ਬੰਦਿਆਂ ਨੇ ਬਾਰ-ਬਾਰ ਉਹਨਾਂ ਨੂੰ ਧਿਆਨ ਦੇ ਵਿੱਚ ਲਿਆਂਦਾ ਵੀ ਆਪਾਂ ਨੇ ਉਹ ਕਰਨਾ। ਨਿਥਾਰ ਜੀ ਹਾਇਰ ਲੈਵਲ ਤੇ ਹੋਈ ਆ, ਪਰ ਹੁਣ ਨਿਚਲੇ ਲੈਵਲ ਦੇ ਬੰਦਿਆਂ ਨੂੰ ਝਟਕਾ ਕਰਕੇ ਯੂਨੀਵਰਸਿਟੀ ਜਿਹੜੀ ਹੈਗੀ ਆ ਉਹ ਖਾਨਾਪੁਰਤੀ ਕਰ ਰਹੀ ਹੈ ਤੁਹਾਡੇ ਹਿਸਾਬ ਨਾਲ? ਲੱਗਦਾ ਇਹ ਹੈਗਾ ਕਨਸੂਆ ਇਹ ਨੇ, ਬਟ ਆਈ ਕੈਨ ਨਾਟ ਸੇ ਦੀ ਫਾਈਨਲ ਵਰਡ। ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ। ਜੇ ਮੁੱਖ ਮੰਤਰੀ ਪੰਜਾਬ ਵਿਜੀਲੈਂਸ ਇਨਕੁਆਇਰੀ ਇਹਦੀ ਕਰਾਉਣਗੇ ਤਾਂ ਉਹਦੇ ਵਿੱਚੋਂ ਕਾਫੀ ਕੁਝ ਜੈਨੂਅਨ ਔਰ ਫੈਕਟਸ ਔਰ ਟਰੂਥ ਜਿਹੜੀ ਆ ਬਾਹਰ ਆ ਸਕਦੀ ਹੈ। ਅਦਰਵਾਈਜ਼ ਅਕੈਡੈਮਿਕ ਕਾਈਂਡ ਦੀਆਂ ਇਨਕੁਆਇਰੀਜ਼ ਦਾ ਮੈਨੂੰ ਨਹੀਂ ਕੋਈ ਬਹੁਤਾ ਫਾਇਦਾ ਲੱਗਦਾ। ਇਹਦੇ ਵਿੱਚੋਂ ਕੁਝ ਸੱਚਾਈ ਸਾਹਮਣੇ ਨਿਕਲ ਕੇ ਆਏਗੀ। ਉਹ ਜਸਟ ਜਿਹੜਾ ਹੈਗਾ ਇੱਕ ਵਾਸ਼ਿੰਗ ਸੋਡਾ ਜਿਹਾ ਹੀ ਹੁੰਦਾ, ਨਥਿੰਗ ਐਲਸ। ਬਿਲਕੁਲ ਪ੍ਰੋਫੈਸਰ ਸਾਹਿਬ, ਤੁਸੀਂ ਮੇਰੇ ਨਾਲ ਜੁੜੇ ਤੇ ਆਪਦੀ ਬੇਬਾਕ ਰਾਏ ਰੱਖੀ। ਬਹੁਤ ਬਹੁਤ ਧੰਨਵਾਦ ਮੇਰੇ ਨਾਲ ਜੁੜਨ ਦੇ ਲਈ। ਸਤਿ ਸ਼੍ਰੀ ਅਕਾਲ। ਇਹ ਸੀ ਪ੍ਰੋਫੈਸਰ ਜਗਮੋਹਨ ਸਿੰਘ ਜੀ। ਕਹਿੰਦੇ ਪਾਣੀ ਨਿਵਾਣ ਵਾਲੇ ਪਾਸੇ ਹੀ ਜਾਂਦਾ ਹੈ। ਇਹ ਗੱਲ ਬਿਲਕੁਲ ਵਾਜਬ ਹੈ ਉਹਨਾਂ ਦੀ। ਕਹਿੰਦੇ ਸਿਰਫ ਖਾਨਾਪੂਰਤੀ ਕੀਤੀ ਜਾ ਰਹੀ ਹੈ ਯੂਨੀਵਰਸਿਟੀ ਵਾਲੇ ਕੇਸ ਦੇ ਵਿੱਚ, ਤੇ ਉਧਰ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦੀ ਚਿੱਠੀ ਨੂੰ ਲੈ ਕੇ ਵੀ ਉਹਨਾਂ ਨੇ ਸਵਾਲ ਖੜੇ ਕਰ ਦਿੱਤੇ ਨੇ ਸਰਕਾਰ ਦੇ। ਖੈਰ, ਇਹ ਸੀ ਉਹਨਾਂ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ ਨਜ਼ਰੀਆ ਪਿਉਣ ਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।